पढ़ लिख के खेतियां आ केड़ी पुट्ठी गंगा वगाती। रामपुरे वालिओ धर्मना गल सिरे लाती। एक ने MBA कीती है, दूजे ने BTech ते मोहर लाई आ। बस ऐ समझ लो यारां दी यारी दी गल सिरे लाई है। यारां दी यारी ने गल सिरे लाई है। लोकी कहंदे सी पिंड मुड़िया, की करके दिखाता। आ देख ला बेलिया, रामपुरा ब्रांड बनाता। हल्दी तो कम शुरू कीता सी, हुण तां चीज़ां ही बथेरियां। ओ बठिंडे वाले जां तुरदे नहीं, जे तुर पैण लिआउंदे नेरियां, जे तुर पैण लिआउंदे नेरियां। ओ ब्रांडड किसानां दा सुन लो किस्सा, कम आया रास है। ध्यान ना देखियो, शो बेहद खास है, शो बेहद खास है। ਸਾਰਿਆਂ ਦੀ ਸੋਚ ਹੁੰਦੀ ਹੈ ਵੀ ਸਰਕਾਰੀ ਨੌਕਰੀ ਮਿਲਣੀ ਚਾਹੀਦੀ ਹੈ। ਤੋਂ ਪਹਿਲਾਂ ਹੀ ਬਦਲਵਾਈ ਨਜ਼ਰ ਆਉਂਦੀ ਸੀ ਇੱਦਾਂ ਦੀ ਕਿ ਸਰਕਾਰੀ ਨੌਕਰੀ ਤਾਂ ਮਿਲਣੀ ਨਹੀਂ। ਪ੍ਰਾਈਵੇਟ ਨੌਕਰੀ ਦੇ ਵਿੱਚ ਵੀ ਇਹ ਵੀ ਕੰਮ ਜ਼ਿਆਦਾ ਹੁੰਦਾ ਜਾਂ ਲੋੜ ਤੋਂ ਵੱਧ ਲਿਆ ਜਾਂਦਾ, ਜਿਹਨੂੰ ਅੱਜ ਕੱਲ੍ਹ ਕਹਿੰਦੇ ਪੜ੍ਹੇ ਲਿਖੇ ਦਾ ਸ਼ੋਸ਼ਣ ਵੀ ਹੁੰਦਾ। ਤਾਂ ਅਸੀਂ ਚਾਹੁੰਦੇ ਸੀ ਵੀ ਜੇ ਕੰਮ ਹੀ ਕਰਨਾ ਉਨਾ ਹੀ ਕਰਨਾ ਤਾਂ ਕਿਉਂ ਨਾ ਅਸੀਂ ਉਹ ਆਪਣੇ ਲਈ ਕਰੀਏ। ਤਾਂ ਅਸੀਂ ਸੋਚ ਲਿਆ ਸੀ ਵੀ ਆਪਾਂ ਖੁਦ ਦਾ ਹੀ ਕੰਮ ਸ਼ੁਰੂ ਕਰਾਂਗੇ। ਚਲਦੀ ਸੀ ਕਸ਼ਮਕਸ਼ ਵੀ ਆਪਾਂ ਕੀ ਕਰੀਏ ਯਾਰ, ਕਰਨਾ ਤਾਂ ਹੈ ਕੁਛ, ਕੀ ਕੰਮ ਕਰੀਏ ਕਿੱਦਾਂ। ਅਤੇ ਫਿਰ ਉਹ 'ਚੋਂ ਆਇਆ ਵੀ ਆਪਾਂ ਆਹ ਨਵਾਂ ਕੰਮ ਲੱਗਦਾ ਵੀ ਯਾਰ ਹਲਦੀ ਦੀ ਖੇਤੀ ਆਪਣੇ ਇੱਧਰ ਨਾ ਤਾਂ ਹੁੰਦੀ ਹੈ ਨਾ ਕੋਈ ਕਰਦਾ। ਆਪਾਂ ਹਲਦੀ ਦੀ ਖੇਤੀ ਸ਼ੁਰੂ ਕਰੀਏ, ਇਹਨੂੰ ਅੱਗੇ ਆਪਾਂ ਪ੍ਰੋਸੈਸ ਕਰਕੇ ਪਾਊਡਰ ਵੇਚਾਂਗੇ। ਫਿਰ ਫੂਡ ਟੈਕਨੋਲੋਜੀ ਦੀ ਲਾਈਨ ਹੋਣ ਕਰਕੇ ਜੀ ਸਾਰਾ ਅਸੀਂ ਅੱਗੇ ਪ੍ਰੋਡਕਟ ਵਧਾਉਂਦੇ ਗਏ। ਸ਼ੁਰੂ ਅਸੀਂ ਇਕੱਲੀ ਹਲਦੀ ਦੀ ਖੇਤੀ ਤੋਂ ਕਰਿਆ ਸੀ। ਜਦੋਂ ਅਸੀਂ ਮਿਰਚਾਂ ਪੀਸਣੀਆਂ ਸ਼ੁਰੂ ਕੀਤੀਆਂ ਤਾਂ ਪਹਿਲੇ ਦਿਨ ਸ਼ੌਂਕ ਵੀ ਹੁੰਦਾ, ਉਦੋਂ ਜੋਸ਼ ਵੀ ਹੁੰਦਾ ਵੀ ਯਾਰ ਆਪਾਂ ਆਪ ਹੀ ਕੰਮ ਕਰਨਾ। ਜਦੋਂ ਆਪ ਕਰ ਲਿਆ ਹੁਣ ਸਾਰਾ ਕੁਛ ਆਪਾਂ ਆਪ ਹੀ ਕਰਿਆ ਕਰਨਾ ਹੈ ਕੋਈ। ਅਤੇ ਉਹ ਜਦੋਂ ਅਸੀਂ ਮਿਰਚ ਪੀਸਣੀ ਸ਼ੁਰੂ ਕੀਤੀ ਜੀ 5-7 ਮਿੰਟ ਉੱਥੇ ਖੜ੍ਹੇ, ਅਤੇ ਜਦੋਂ ਉਹਦਾ ਅਸਰ ਜਿਹਾ ਹੋਣਾ ਸ਼ੁਰੂ ਹੋਇਆ, ਸਾਰਾ ਸਰੀਰ ਅੱਖਾਂ ਸਾਹ ਨੂੰ ਚੜ੍ਹਨ ਲੱਗੀ ਖੰਘ। ਅਤੇ ਫਿਰ ਅਸੀਂ ਐਂ ਬਾਰੀ ਸਿਰ ਚੱਲੀਏ 5 ਮਿੰਟ ਇੱਕ ਜਣਾ ਗਰਾਈਂਡਰ ਕੋਲੇ ਖੜ੍ਹਿਆ ਕਰੇ, ਉਹ ਭੱਜ ਕੇ ਬਾਹਰ ਨੂੰ ਜਾਇਆ ਕਰੇ, ਦੂਜਾ ਖੜ੍ਹਿਆ ਕਰੇ। ਫਿਰ ਉਹ ਡੀਕਿਆ ਕਰੇ ਵੀ ਪਹਿਲਾਂ ਵਾਲਾ ਕਦੋਂ ਅੰਦਰ ਆਊ ਅਤੇ ਮੈਂ ਬਾਹਰ ਜਾਵਾਂ ਦਾ। ਕਿਸੇ ਤਰ੍ਹਾਂ ਦਾ ਵੀ ਸਾਨੂੰ ਕੰਮ ਕਰਨਾ ਪਵੇ ਉਹ ਅਸੀਂ ਕਰਦੇ ਹਾਂ। ਅਸੀਂ ਖੰਭਿਆਂ 'ਤੇ ਪੋਸਟਰ ਵੀ ਲਾਏ ਆ ਜੀ, ਲੈ ਵੀ ਲੈ ਕੇ ਡਰਮ ਦੇ ਵਿੱਚ, ਅਤੇ ਮੋਟਰਸਾਈਕਲ 'ਤੇ ਘੱਟੋ ਘੱਟ ਮੈਂ ਕਹਿੰਦਾ 100 ਕਿਲੋਮੀਟਰ ਦੇ ਏਰੀਏ 'ਚ ਪੋਸਟਰ ਲੈ ਕੇ। ਉਦੋਂ ਅਸੀਂ ਤਾਂ 10 ਸਾਲ ਪਹਿਲਾਂ ਛੋਟੇ ਹੀ ਕਹਿ ਲਓ, ਛੋਟੇ ਛੋਟੇ ਸੀਗੇ, ਅਤੇ ਡਰਨਾ ਵੀ ਪਤਾ ਨਹੀਂ ਕੋਈ ਆਈ ਨਾ ਕਹਦੇ ਵੀ ਇੱਥੇ ਪੋਸਟਰ ਕਿਉਂ ਲਾਈ ਜਾਂਦੇ ਹੋ ਤੁਸੀਂ, ਕੀ ਗੱਲ ਆ। ਰੈਗੂਲਰ ਕੰਮ ਵੀ ਕੋਈ ਸ਼ੁਰੂ ਕਰ ਲਈਏ ਉਹਦੇ 'ਚ ਵੀ ਮਿਹਣੇ ਵੱਜਦੇ ਆ। ਜੇ ਕੋਈ ਆਪਾਂ ਵੱਖਰਾ ਜਿਹਾ ਹੀ ਤੋਰ ਲਈਏ ਤਾਂ ਉਹਦੇ 'ਚ ਤਾਂ ਹੁੰਦਾ ਹੀ ਹੁੰਦਾ। ਉਹਨੂੰ ਕੀ ਵੱਜੇ ਸੀ? ਬਸ ਇੱਦਾਂ ਦੇ ਹੀ ਚੱਲਦੇ ਰਹਿੰਦੇ ਜੀ ਕਿ ਆਹ ਵੀ 4 ਸਾਲ ਉੱਥੇ ਪੜ੍ਹ ਕੇ ਆ ਗਏ ਹੁਣ, ਅਤੇ ਵੀ ਆ ਕੇ ਇੱਥੇ ਪਕੌੜੇ ਤਲਣ ਲੱਗ ਗਏ। ਵੀ ਜੇ ਇਹੀ ਕੁਛ ਹੀ ਕਰਨਾ ਸੀਗਾ ਤਾਂ ਵੀ ਫਿਰ ਕਰਨ ਦੀ ਕੀ ਲੋੜ, ਪੜ੍ਹਨ ਦੀ ਕੀ ਲੋੜ ਸੀਗੀ, ਫਿਰ ਪਹਿਲਾਂ ਹੀ ਕਰ ਲੈਂਦੇ। ਜਦੋਂ ਵੀ ਆਪਾਂ ਬਾਜ਼ਾਰ 'ਚ ਜਾਂਦੇ ਹਾਂ, ਕੁਛ ਵੀ ਲੈ ਕੇ ਜਾਂਦੇ ਹਾਂ, ਤਾਂ ਸਿੱਧਾ ਮੁਕਾਬਲਾ ਬਹੁਤ ਵੱਡੀਆਂ ਵੱਡੀਆਂ ਕੰਪਨੀਆਂ ਨਾਲ ਹੈ ਜੀ। ਤਾਂ ਉਹਦੇ 'ਚ ਆਪਾਂ ਕੁਛ ਵੀ ਨਹੀਂ ਹੈਗੇ। ਆਪਣਾ ਟੋਟਲ ਬਜਟ ਨਹੀਂ ਓਨਾ ਹੁੰਦਾ, ਜਿਸ ਤੋਂ ਕਈ ਗੁਣਾ ਜ਼ਿਆਦਾ ਉਹਨਾਂ ਦਾ ਸਿਰਫ ਐਡਵਰਟਾਈਜ਼ਮੈਂਟ ਦਾ ਬਜਟ ਹੁੰਦਾ। ਅਤੇ ਇਸ ਕਰਕੇ ਉਹਨਾਂ ਦਾ ਮੁਕਾਬਲਾ ਕਰਨਾ ਬਹੁਤ ਮੁਸ਼ਕਿਲ ਹੈ ਜੀ। ਅਤੇ ਉਹ ਸਭ ਤੋਂ ਵੱਡੀ ਦਿੱਕਤ ਮਾਰਕੀਟਿੰਗ ਦੇ ਵਿੱਚ ਹੀ ਆਉਂਦੀ ਹੈ ਜੀ। ਅਤੇ ਲੱਗੇ ਹੋਏ ਆ ਜੀ ਉਹਨੂੰ ਸਰ ਕਰਨ ਦੇ ਵਿੱਚ। ਤੋ ਅਸੀਂ ਇਹਦੀ ਹੁਣ ਪਹੁੰਚ ਵਧਾਉਣ 'ਤੇ ਲੱਗੇ ਹੋਏ ਹਾਂ। ਪ੍ਰੋਡਕਟ ਦੀ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ, ਉਹਨਾਂ ਨੂੰ ਪਤਾ ਲੱਗੇ ਕੋਈ ਚੰਗੀ ਕੁਆਲਿਟੀ ਦਾ ਵੀ ਪ੍ਰੋਡਕਟ ਮਾਰਕੀਟ 'ਚ ਹੈ, ਜਿਹਨੂੰ ਆਪਾਂ ਬੇਫਿਕਰ ਹੋ ਕੇ ਖਾ ਸਕਦੇ ਹਾਂ। ਵੀ ਇਹਦੇ ਵਿੱਚ ਕੋਈ ਵੀ ਐਸੀ ਚੀਜ਼ ਨਹੀਂ ਜਿਹੜੀ ਸਾਡੀ ਸਿਹਤ ਵਾਸਤੇ ਮਾੜੀ ਹੋਊਗੀ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਨਵਰੀਤ ਸਿਵੀਆ ਅਤੇ ਤੁਸੀਂ ਜੁੜੇ ਹੋਏ ਹੋ ਅੱਖਰ ਦੇ ਨਾਲ। ਸਾਡੇ ਪਿੰਡਾਂ 'ਚੋਂ ਬਾਈ ਜਦੋਂ ਕੋਈ ਸ਼ਹਿਰਾਂ ਦੇ ਵਿੱਚੋਂ, ਯੂਨੀਵਰਸਿਟੀਜ਼ ਦੇ ਵਿੱਚੋਂ ਪੜ੍ਹ ਕੇ ਮੁੜਦਾ ਨਾ, ਅਤੇ ਆ ਕੇ ਕੋਈ ਜੇ ਖੇਤੀ ਕਰਨ ਲੱਗ ਜੇ ਜਾਂ ਇਹਦੇ ਨਾਲ ਜੁੜਿਆ ਕੰਮ ਕਰਨ ਲੱਗ ਜੇ, ਅਤੇ ਫਿਰ ਪਿੰਡਾਂ ਵਾਲੇ ਮਿਹਣੇ ਮੂਹਣੇ ਚੰਗੀ ਮਾਰਦੇ ਆ
ਪਿੰਡਾਂ ਦੀਆਂ ਬਹੁਤ ਖੂਬੀਆਂ ਵੀ ਹੈਗੀਆਂ, ਪਰ ਕਈ ਇਹੋ ਜਿਹੀਆਂ ਗੱਲਾਂ ਵੀ ਹੁੰਦੀਆਂ ਜਿਹੜੀਆਂ ਉਹ ਵੀ ਸਾਹਮਣੇ ਸਾਰਿਆਂ ਦੇ ਹੈਗੀਆਂ ਹੀ ਆ। ਅੱਜ ਦੋ ਨੌਜਵਾਨਾਂ ਦੀ ਕਹਾਣੀ ਤੁਹਾਡੇ ਸਾਹਮਣੇ ਆ। ਇਹਨਾਂ ਦੀ ਜ਼ਿੰਦਗੀ ਦਾ ਸਫ਼ਰ ਕਿਵੇਂ ਖੇਤਾਂ ਦੇ ਵਿੱਚੋਂ ਇਹਨਾਂ ਨੇ ਜਿਹੜੇ ਸੁਪਨੇ ਆਪਦੇ ਉਹ ਸਾਕਾਰ ਕੀਤੇ ਆ ਤੇ ਅੱਜ ਵੀ ਦਿਨੋਂ ਦਿਨ ਤਰੱਕੀਆਂ ਵੱਲ ਜਾ ਰਹੇ ਆ। ਮੇਰੇ ਨਾਲ ਦੋ ਬਾਈ ਆ, ਆਪਦੀ ਇੰਟਰੋਡਕਸ਼ਨ ਮੈਂ ਚਾਹਣਾ ਇਹ ਖੁਦ ਹੀ ਦੱਸਣ। ਸਤਿ ਸ਼੍ਰੀ ਅਕਾਲ ਵੀਰੇ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਨਵਦੀਪ ਬੱਲੀ ਹੈ ਜੀ ਤੇ ਮੈਂ ਬੇਸਿਕਲੀ ਗ੍ਰੈਜੂਏਟ ਹਾਂ ਜੀ ਫੂਡ ਟੈਕਨੋਲੋਜੀ ਦੇ ਵਿੱਚ। ਮੈਂ MBA ਕੀਤੀ ਹੋਈ ਹੈ ਜੀ। ਬਾਈ ਨੇ MBA ਕੀਤੀ ਆ ਤੇ ਮੋਟਾ ਹਿਸਾਬ ਰੱਖੋ ਬਾਈ ਦਾ ਨਾਂ ਨਵਦੀਪ ਆ ਜੀ। ਵੀਰੇ ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਗੁਰਸ਼ਰਨ ਸਿੰਘ ਸਿੱਧੂ ਹੈ ਜੀ। ਮੈਂ BTech ਐਗਰੀਕਲਚਰ PAU ਤੋਂ ਕੀਤੀ ਹੈ ਜੀ। ਸੋ ਸਿੱਧੂ ਸਾਹਿਬ ਤੇ ਨਵਦੀਪ ਬਾਈ ਦੋਨਾਂ ਨਾਲ ਆਪਾਂ ਗੱਲਬਾਤ ਇਸ ਵਿਸ਼ੇ ਤੇ ਕਰਾਂਗੇ। ਹੁਣ ਬਾਈ ਮੈਨੂੰ ਇਹ ਦੱਸੋ ਵੀ ਪਲਾਂਟ ਤੁਸੀਂ ਇੱਥੇ ਲਾਇਆ ਹੋਇਆਗਾ ਹਨਾ, ਇਹ ਇੱਥੇ ਸਾਰਾ ਕੰਮਕਾਰ ਤੁਸੀਂ ਚਲਾ ਰਹੇ ਹੋ, ਹਲਦੀ ਤੋਂ ਲੈ ਕੇ ਬਹੁਤ ਸਾਰੇ ਪ੍ਰੋਡਕਟ ਵੇਚ ਰਹੇ ਹੋ। ਪਹਿਲਾਂ ਤਾਂ ਮੈਨੂੰ ਦੱਸ ਹੀ ਦਿਓ ਤੁਸੀਂ ਵੇਚਦੇ ਕੀ ਹੋ, ਮੈਥੋਂ ਕੋਈ ਛੁੱਟ ਨਾ ਜਾਵੇ। ਬਾਈ ਜੀ ਹਲਦੀ, ਮਿਰਚ ਮਸਾਲਾ, ਉਹਦੇ ਨਾਲ ਜੁੜੀਆਂ ਹੋਰ ਆਈਟਮਾਂ ਜਿਸ ਤਰ੍ਹਾਂ ਚਾਹ ਮਸਾਲਾ, ਲੱਸੀ ਮਸਾਲਾ, ਕਾਲੀ ਮਿਰਚ ਪਾਊਡਰ ਵਗੈਰਾ ਮਸਾਲਿਆਂ ਦੀਆਂ ਆਈਟਮਾਂ। ਉਸ ਤੋਂ ਬਿਨਾਂ ਨਮਕੀਨ ਦੇ ਵਿੱਚ ਜੀ ਭੁਜੀਆ, ਪਕੌੜੇ, ਬੂੰਦੀ 20-25 ਆਈਟਮਾਂ ਉਸ ਦੇ ਵਿੱਚ ਹੈ ਜੀ। ਔਰ ਇਸ ਤੋਂ ਬਿਨਾਂ ਗੱਚਕ, ਕੱਚੀ ਹਲਦੀ ਦਾ ਅਚਾਰ, ਲਸਣ ਦਾ ਅਚਾਰ, ਇਹ ਸਾਰੇ ਪ੍ਰੋਡਕਟ ਆਪਾਂ ਬਣਾ ਰਹੇ ਹਾਂ ਜੀ ਇੱਥੇ। ਤੁਸੀਂ ਦੋਨੇ ਆੜੀ ਹੋ ਬਾਈ? ਹਾਂਜੀ ਆੜੀ ਵੀ ਹੈ ਜੀ। ਹੁਣ ਆਪਣੇ ਪਾਰਟਨਰ ਵਾਲੇ ਪਾਸੇ ਦਾ ਆੜੀ ਹੁੰਦਾ ਵੀ ਆੜੀ ਸੀਗੇ ਫਿਰ ਪਾਰਟਨਰ ਹੋ ਗਏ। ਪਾਰਟਨਰ ਹੋ ਗਏ ਹਾਂਜੀ, ਬਿਲਕੁਲ ਇਕੱਠੇ ਪੜੇ? ਇਕੱਠੇ ਹੀ ਪੜ੍ਹੇ। ਮੈਂ ਸੀਨੀਅਰ ਸੀ ਜੀ ਤੋਂ 1 ਸਾਲ। ਇੱਕ ਅੱਧਾ ਸਾਲ ਤਾਂ ਬਾਈ ਹਨਾ। ਬਿਲਕੁਲ ਨਹੀਂ ਉਦਾਂ ਤਾਂ ਨਹੀਂ, ਮਤਲਬ ਵੀ ਇਕੱਠੇ ਹੀ ਪੜ੍ਹੇ ਹਾਂ ਵੈਸੇ ਤਾਂ ਅਸੀਂ। ਤੇ ਬਾਅਦ 'ਚ ਇਹਨੇ ਫਿਰ ਜਲੰਧਰੋਂ ਫੂਡ ਸਾਇੰਸ ਦੀ ਕੀਤੀ ਹੈ PSC, ਮੈਂ BTech PAU ਤੋਂ ਕੀਤੀ ਹੈ ਜੀ। ਸੋ ਦੋਨਾਂ ਨੇ ਫਿਰ ਤੁਸੀਂ ਮਿਲ ਕੇ ਇਹ ਕਦੋਂ ਸੋਚਿਆ ਵੀ ਯਾਰ ਕੰਮ ਸ਼ੁਰੂ ਕਰਨਾ ਆਹ? ਕਿਉਂਕਿ ਜਦੋਂ ਤੁਸੀਂ MBA ਕੀਤੀ ਆ, MBA ਵਾਲਿਆਂ ਨੂੰ ਤਾਂ ਬਾਈ ਨੌਕਰੀ ਮਿਲ ਹੀ ਜਾਂਦੀ ਆ, ਵੈਸੇ ਅਸੀਂ ਇਹ ਸੋਚਦੇ ਹਾਂ, ਹੋ ਸਕਦਾ ਝੂਠ ਵੀ ਹੋਵੇ। ਨਹੀਂ, ਸਾਡੀ ਪਹਿਲਾਂ ਤੋਂ ਹੀ ਸੋਚ ਇਸ ਤਰ੍ਹਾਂ ਸੀ ਜੀ ਕਿ ਨੌਕਰੀ ਤਾਂ ਅੱਜ ਕੱਲ੍ਹ ਹੈ ਨਹੀਂ, ਜਿੱਦਾਂ ਸਾਰਿਆਂ ਦੀ ਸੋਚ ਹੁੰਦੀ ਹੈ ਵੀ ਸਰਕਾਰੀ ਨੌਕਰੀ ਮਿਲਣੀ ਚਾਹੀਦੀ ਹੈ। ਤੋਂ ਪਹਿਲਾਂ ਹੀ ਬਦਲਵਾਈ ਨਜ਼ਰ ਆਉਂਦੀ ਸੀ ਇੱਦਾਂ ਦੀ ਕਿ ਸਰਕਾਰੀ ਨੌਕਰੀ ਤਾਂ ਮਿਲਣੀ ਨਹੀਂ। ਪ੍ਰਾਈਵੇਟ ਨੌਕਰੀ ਦੇ ਵਿੱਚ ਵੀ ਇਹ ਵੀ ਕੰਮ ਜ਼ਿਆਦਾ ਹੁੰਦਾ ਹੈ ਜਾਂ ਲੋੜ ਤੋਂ ਵੱਧ ਲਿਆ ਜਾਂਦਾ, ਜਿਹਨੂੰ ਅੱਜ ਕੱਲ੍ਹ ਕਹਿੰਦੇ ਪੜ੍ਹੇ ਲਿਖੇ ਦਾ ਸ਼ੋਸ਼ਣ ਵੀ ਹੁੰਦਾ। ਤਾਂ ਅਸੀਂ ਚਾਹੁੰਦੇ ਸੀ ਵੀ ਜੇ ਕੰਮ ਹੀ ਕਰਨਾ ਉਨਾ ਹੀ ਕਰਨਾ ਤਾਂ ਕਿਉਂ ਨਾ ਅਸੀਂ ਉਹ ਆਪਣੇ ਲਈ ਕਰੀਏ। ਤਾਂ ਅਸੀਂ ਸੋਚ ਲਿਆ ਸੀ ਵੀ ਆਪਾਂ ਖੁਦ ਦਾ ਹੀ ਕੰਮ ਸ਼ੁਰੂ ਕਰਾਂਗੇ ਤੇ ਵੀ ਆਪਣੀ ਲਾਈਨ ਨਾਲ ਜੁੜਿਆ ਸ਼ੁਰੂ ਕਰੀਏ, ਜੋ ਆਪਾਂ ਪੜ੍ਹਿਆ ਤਾਂ ਕਿ ਉਹਦਾ ਆਪਾਂ ਕੋਈ ਫਾਇਦਾ ਲੈ ਸਕੀਏ। ਸੋ ਅਸੀਂ ਇਹ ਸੋਚ ਕੇ ਕੰਮ ਸ਼ੁਰੂ ਕਰਿਆ ਜੀ। ਪਹਿਲਾਂ ਆਈਡੀਆ ਕਿਹਦਾ ਸੀਗਾ ਦੋਨੋਂ ਚੋਂ ਬਾਈ? ਇਹ ਇਕੱਠਾ ਹੀ ਸੀ ਜੀ, ਚਲਦੀ ਸੀ ਕਸ਼ਮਕਸ਼ ਵੀ ਆਪਾਂ ਕੀ ਕਰੀਏ ਯਾਰ, ਕਰਨਾ ਤਾਂ ਹੈ ਕੁਛ, ਕੀ ਕੰਮ ਕਰੀਏ ਕਿੱਦਾਂ। ਤੇ ਫਿਰ ਉਹ 'ਚੋਂ ਆਇਆ ਵੀ ਆਪਾਂ ਆਹ ਨਵਾਂ ਕੰਮ ਲੱਗਦਾ ਵੀ ਯਾਰ ਹਲਦੀ ਦੀ ਖੇਤੀ ਆਪਣੇ ਇੱਧਰ ਨਾ ਤਾਂ ਹੁੰਦੀ ਹੈ ਨਾ ਕੋਈ ਕਰਦਾ। ਆਪਾਂ ਹਲਦੀ ਦੀ ਖੇਤੀ ਸ਼ੁਰੂ ਕਰੀਏ, ਇਹਨੂੰ ਅੱਗੇ ਆਪਾਂ ਪ੍ਰੋਸੈਸ ਕਰਕੇ ਪਾਊਡਰ ਵੇਚਾਂਗੇ। ਫਿਰ ਫੂਡ ਟੈਕਨੋਲੋਜੀ ਦੀ ਲਾਈਨ ਹੋਣ ਕਰਕੇ ਜੀ ਸਾਰਾ ਅਸੀਂ ਅੱਗੇ ਪ੍ਰੋਡਕਟ ਵਧਾਉਂਦੇ ਗਏ। ਸ਼ੁਰੂ ਅਸੀਂ ਇਕੱਲੀ ਹਲਦੀ ਦੀ ਖੇਤੀ ਤੋਂ ਕਰਿਆ ਸੀ ਜੀ। ਅੱਛਾ, ਮੈਨੂੰ ਇਹਨਾਂ ਦੋਨਾਂ ਬਾਈਆਂ ਦੀ ਕਹਾਣੀ 'ਚ ਨਾ ਖੂਬਸੂਰਤ ਗੱਲ ਕੀ ਲੱਗਦੀ ਹੈ ਵੀ ਬਾਈ ਨੇ ਮਾਰਕੀਟਿੰਗ ਨਾਲ ਰਿਲੇਟਡ ਡਿਗਰੀ ਕੀਤੀ, ਤਾਂ ਬਾਈ ਅਰਗਿਆਂ ਨੇ ਉਸ ਲਾਈਨ ਦੇ ਵਿੱਚ ਮਾਰਕੀਟਿੰਗ ਦਾ ਕੰਮ ਸਾਂਭ ਲਿਆ ਆਪਦੇ ਕੰਮ ਦੇ ਵਿੱਚ। ਤੇ ਬਾਈ ਹੈ ਜਿਹੜੇ ਉਹਨਾਂ ਦਾ ਜ਼ਿਆਦਾ ਕੰਮ ਪ੍ਰੋਡਕਸ਼ਨ ਨੂੰ ਲੈ ਕੇ ਸੀ, ਤੇ ਤੁਸੀਂ ਹੁਣ ਸਾਰਾ ਪ੍ਰੋਡਕਸ਼ਨ ਦੇਖਦੇ ਹੋ ਹਨਾ ਵੀ ਕਿਵੇਂ ਲੱਗੂਗੀ ਹਲਦੀ? ਬਿਲਕੁਲ ਜੀ, ਹਲਦੀ ਦੀ ਖੇਤੀ ਬਾਰੇ ਜਾਂ ਇੱਥੇ ਜੋ ਵੀ ਪ੍ਰੋਸੈਸਿੰਗ ਬਾਰੇ ਉਹ ਮੈਂ ਦੇਖਦਾ, ਇਹ ਬਾਈ ਦੇਖਦਾ ਮਾਰਕੀਟਿੰਗ ਦਾ ਜ਼ਿਆਦਾ। ਬਾਈ ਮਤਲਬ ਝੋਲਾ ਪਾ ਕੇ ਆਪਦੇ ਪ੍ਰੋਡਕਟ ਚੱਕੋ ਤੇ ਦਿਖਾਓ ਸਾਰਾ। ਬਿਲਕੁਲ ਜੀ, ਬਿਲਕੁਲ। ਹੈਨਾ ਆਈ ਹੁੰਦਾ ਬਾਈ ਮਾਰਕੀਟਿੰਗ ਵਾਲਿਆਂ 'ਚ ਕਿਤੇ ਗੁੱਸਾ ਨਾ ਮੰਨ ਜਾਣ ਮੇਰਾ ਮੁੜ ਕੇ। ਨਹੀਂ ਬਿਲਕੁਲ ਇਸੇ ਤਰ੍ਹਾਂ ਹੀ ਹੁੰਦਾ ਜੀ। ਤੇ ਝੋਲਾ ਪਾ ਕੇ ਤੇ ਸੈਂਪਲ ਸਾਰੇ ਪਾ ਕੇ ਕੱਲੀ ਦੁਕਾਨ ਤੇ ਜਾ ਕੇ ਦਿਖਾਓ। ਹਰ ਇੱਕ ਨੂੰ ਆਪਾਂ ਕੁਆਲਿਟੀ ਬਾਰੇ ਦੱਸਣਾ, ਦਿਖਾਉਣਾ, ਉਹਦੇ ਬਾਰੇ ਕਨਵਿੰਸ ਕਰਨਾ, ਕੁਆਲਿਟੀ ਬਾਰੇ ਉਹਨੂੰ ਵਿਸ਼ਵਾਸ ਦਿਵਾਉਣਾ ਕਿ ਜੋ ਅਸੀਂ ਕਹਿ ਰਹੇ ਹਾਂ ਉਹ ਸੱਚਮੁੱਚ ਇਹਦੇ ਵਿੱਚ ਹੈ ਪ੍ਰੋਡਕਟ ਦੇ ਵਿੱਚ। ਤਾਂ ਇਦਾਂ ਹੀ ਚੱਲਦਾ ਮਾਰਕੀਟਿੰਗ ਦਾ ਕੰਮ ਤਾਂ ਜੀ। ਹਾਂ ਬਿਲਕੁਲ। ਤੇ ਟਿਕੀ ਵੀ ਮੈਨੂੰ ਲੱਗਦਾ ਸਭ ਤੋਂ ਔਖਾ ਕੰਮ ਮਾਰਕੀਟਿੰਗ ਹੀ ਆ ਬਾਈ। ਹਾਂ, ਕੰਮ ਤਾਂ ਸਾਰੇ ਹੀ ਔਖੇ ਹੁੰਦੇ ਆ ਜੀ ਬਸ, ਪਰ ਅੱਜ ਕੱਲ੍ਹ ਜਿਵੇਂ ਕਿਹਾ ਜਾਂਦਾ ਕਿਉਂਕਿ ਵੱਡੀਆਂ ਕੰਪਨੀਆਂ ਨੇ, ਜਦੋਂ ਵੀ ਆਪਾਂ ਬਾਜ਼ਾਰ 'ਚ ਜਾਂਦੇ ਹਾਂ ਕੁਛ ਵੀ ਲੈ ਕੇ ਜਾਂਦੇ ਹਾਂ ਤਾਂ ਸਿੱਧਾ ਮੁਕਾਬਲਾ ਬਹੁਤ ਵੱਡੀਆਂ ਕੰਪਨੀਆਂ ਨਾਲ ਹੈ ਜੀ। ਤਾਂ ਉਹਦੇ 'ਚ ਆਪਾਂ ਕੁਛ ਵੀ ਨਹੀਂ ਹੈਗੇ। ਆਪਣਾ ਟੋਟਲ ਬਜਟ ਨਹੀਂ ਓਨਾ ਹੁੰਦਾ, ਜਿਸ ਤੋਂ ਕਈ ਗੁਣਾ ਜ਼ਿਆਦਾ ਉਹਨਾਂ ਦਾ ਸਿਰਫ ਐਡਵਰਟਾਈਜ਼ਮੈਂਟ ਦਾ ਬਜਟ ਹੁੰਦਾ। ਤੇ ਇਸ ਕਰਕੇ ਉਹਨਾਂ ਦਾ ਮੁਕਾਬਲਾ ਕਰਨਾ ਬਹੁਤ ਮੁਸ਼ਕਿਲ ਹੈ ਜੀ। ਤੇ ਉਹ ਸਭ ਤੋਂ ਵੱਡੀ ਦਿੱਕਤ ਮਾਰਕੀਟਿੰਗ ਦੇ ਵਿੱਚ ਹੀ ਆਉਂਦੀ ਹੈ ਜੀ। ਤੇ ਲੱਗੇ ਹੋਏ ਆ ਜੀ ਉਹਨੂੰ ਸਰ ਕਰਨ ਦੇ ਵਿੱਚ। ਤੇ ਬਾਈ ਕਿੰਨੇ ਬੰਦੇ ਹੁਣ ਨਾਲ ਤੁਸੀਂ ਹੋਰ ਵੀ ਜੋੜੇ ਆ ਜਾਂ ਫਿਰ ਆਪਦੇ ਹੀ ਖੇਤ ਦੇ ਵਿੱਚੋਂ ਜਿਹੜੀ ਹਲਦੀ ਹੈ ਇਸੇ ਨਾਲ ਹੀ ਸਰ ਜਾਂਦਾ? ਨਹੀਂ, ਅਸੀਂ ਕੰਟਰੈਕਟ ਦੇ ਉੱਪਰ ਵੀ ਕਰਦੇ ਹਾਂ ਜੀ, ਕਰਵਾਉਂਦੇ ਹਾਂ ਖੇਤੀ। ਪਹਿਲਾਂ ਅਸੀਂ ਆਪ ਕਰਦੇ ਸੀਗੇ, ਪਹਿਲੇ ਸਾਲ ਅਸੀਂ 3 ਕਿੱਲੇ ਲਾਏ ਸੀਗੇ। ਫਿਰ ਉਸ ਤੋਂ ਬਾਅਦ ਅਸੀਂ 150 ਕਿੱਲੇ ਤੱਕ ਵੀ ਹਲਦੀ ਦੀ ਖੇਤੀ ਕੀਤੀ ਹੈ। ਪਰ ਜਿੱਦਾਂ ਆਪਾਂ ਪਹਿਲਾਂ ਗੱਲ ਕਰਕੇ ਹਟੇ ਹਾਂ ਵੀ ਪ੍ਰੋਡਕਸ਼ਨ ਕਰਨੀ ਤਾਂ ਸੌਖੀ ਹੈ ਪਰ ਮਾਰਕੀਟਿੰਗ ਕਰਨੀ ਔਖੀ ਹੈ। ਤੇ ਫਿਰ ਅਸੀਂ ਆਪਦਾ ਜ਼ਿਆਦਾ ਧਿਆਨ ਮਾਰਕੀਟਿੰਗ ਵੱਲ ਲਗਾਇਆ ਤੇ ਖੇਤੀ ਕੰਨੀਓ ਅਸੀਂ ਥੋੜ੍ਹਾ ਜਿਹਾ ਹਟ ਕੇ ਫਿਰ ਕੰਟਰੈਕਟ ਦੇ ਉੱਪਰ ਅਸੀਂ
ਖੇਤੀ ਕਰਵਾਉਣ ਲੱਗੇ। ਹੁਣ ਅਸੀਂ ਸਾਡੇ ਕੋਲ ਹੈਗੇ ਨੇ 70-72 ਮਤਲਬ ਅਸੀਂ ਕਿੱਲੇ ਕੰਟਰੈਕਟ ਦੇ ਉੱਪਰ ਖੇਤੀ ਕਰਵਾ ਰਹੇ ਹਾਂ। ਕਿਸੇ ਨੇ ਕਿੱਲਾ ਲਾਇਆ, ਕਿਸੇ ਨੇ 2 ਕਿੱਲੇ ਲਾਏ, ਐਂ ਕਰਕੇ 40-50 ਜ਼ਿਮੀਂਦਾਰ ਸਾਡੇ ਨਾਲ ਜੁੜੇ ਹੋਏ ਆ ਜੀ। ਔਖੀ ਆ ਖੇਤੀ ਕਿ ਸੌਖੀ ਆ ਇਹਦੀ ਹਲਦੀ ਵਾਲਾ ਕੰਮ ਆ ਬਈ ਜਿਹੜਾ? ਨਹੀਂ, ਖੇਤੀ ਤਾਂ ਬਾਕੀ ਫਸਲਾਂ ਵਾਂਗ ਹੀ ਹੈ ਜੀ। ਕੋਈ ਇਹਦੇ ਵਿੱਚ ਕੋਈ ਬਿਮਾਰੀ ਦੀ ਕੋਈ ਬਹੁਤੀ ਸਮੱਸਿਆ ਨਹੀਂ ਹੈਗੀ। ਇੱਕ ਵਾਰੀ ਬੀਜਣੀ ਹੈ ਸਾਲ ਦੇ ਵਿੱਚ, ਅਤੇ ਇੱਕ ਵਾਰੀ ਆਪਾਂ ਕਹਿ ਲਓ ਵੱਢਣੀ ਹੈ ਜਾਂ ਪੱਟਣੀ ਹੈ। ਅਤੇ ਬਸ ਇੱਕੋ ਹੀ ਦਿੱਕਤ ਹੈ ਵੀ ਨਦੀਨਾਂ ਦੀ ਜ਼ਰੂਰ ਸਮੱਸਿਆ ਆਉਂਦੀ ਹੈ। ਉਹਦੇ ਲਈ ਵੀ ਜੇ ਆਪਾਂ ਪਰਾਲੀ ਦੇ ਨਾਲ ਇਹਦੀ ਮਲਚਿੰਗ ਕਰ ਦਿੰਦੇ ਹਾਂ, ਨਾਲੇ ਤਾਂ ਝੋਨੇ ਦੀ ਪਰਾਲੀ ਸਮਝ ਜਾਂਦੀ ਹੈ। 1 ਕਿੱਲੇ ਦੇ ਉੱਪਰ ਆਪਾਂ 3-4 ਕਿੱਲਿਆਂ ਦੀ ਝੋਨੇ ਦੀ ਪਰਾਲੀ ਇਕੱਠੀ ਕੀਤੀ ਹੋਵੇ ਅਤੇ ਪਾ ਦਈਏ, ਨਾਲੇ ਉਹਦੇ ਨਾਲ ਸਮੱਸਿਆ ਨਦੀਨਾਂ ਦੀ ਵੀ ਘਟ ਜਾਂਦੀ ਹੈ। ਹੁੰਦੀ ਨਹੀਂ ਨਦੀਨ। ਪਾਣੀ ਵੀ ਜਿਹੜਾ ਹੈਗਾ, ਜੇ ਆਪਾਂ ਹਫ਼ਤੇ ਬਾਅਦ ਲਾਉਣਾ ਤਾਂ 15ਵੇਂ-20ਵੇਂ ਦਿਨ ਲੱਗਦਾ। ਅਤੇ ਜਿਵੇਂ ਆਪਾਂ ਫਸਲ ਦੇਖੀ ਵੀ ਹੈ, ਜਿੱਥੇ ਮਲਚਿੰਗ ਹੋਈ ਸੀ ਜਾਂ ਨਹੀਂ ਹੋਈ ਸੀ, ਉਹਦਾ ਕਿੰਨਾ ਜ਼ਮੀਨ ਅਸਮਾਨ ਦਾ ਫਰਕ ਹੈ ਜੀ। ਕੋਈ ਫਸਲ ਦੇ ਵਿੱਚ ਕੋਈ ਬਹੁਤੀ ਦਿੱਕਤ ਨਹੀਂ ਆਉਂਦੀ ਹੈਗੀ ਜੀ। ਕੋਈ ਬਿਮਾਰੀ ਤਾਂ ਇਹਨੂੰ ਬਿਲਕੁਲ ਹੀ ਨਹੀਂ ਹੈਗੀ, ਜਾਂ ਕੋਈ ਫੰਗਸ ਦੀ ਜਾਂ ਸੁੰਡੀ ਦੀ ਕੋਈ ਬਿਮਾਰੀ ਨਹੀਂ ਹੈਗੀ। ਅੱਜ ਆ ਜਿਹੜਾ ਮਤਲਬ ਪੂਰੀ ਫੈਕਟਰੀ ਇੱਕ ਤਰ੍ਹਾਂ ਦੀ ਮੈਂ ਕਹਿ ਸਕਦਾ, ਜਾਂ ਪ੍ਰੋਡਕਸ਼ਨ ਹੈ ਨਾ, ਜਿੱਥੋਂ ਤੁਸੀਂ ਕਰਦੇ ਹੋਗੇ, ਅੱਜ ਵਾਲਾ ਜਿਹੜਾ ਸਰੂਪ ਹੈ ਇਹ ਐਡਾ ਹੀ ਸੀਗਾ 10 ਸਾਲ ਪਹਿਲਾਂ ਵੀ, ਕਿ ਬਹੁਤ ਨਿੱਕੇ ਲੈਵਲ ਤੋਂ ਸ਼ੁਰੂ ਕਰਿਆ? ਨਹੀਂ, ਬਹੁਤ ਨਿੱਕੇ ਲੈਵਲ ਤੋਂ ਸ਼ੁਰੂ ਕਰਿਆ ਸੀ ਜੀ। ਪਹਿਲਾਂ ਤਾਂ ਘਰੇ ਹੀ ਇੱਕ ਕਮਰੇ 'ਚ ਅਸੀਂ ਪੈਕਿੰਗ ਕਰਨੀ ਸ਼ੁਰੂ ਕੀਤੀ। ਇੱਥੇ ਫਿਰ ਯੂਨਿਟ ਲਾਇਆ ਜੀ ਅਗਲੇ ਸੀਜ਼ਨ। ਪਹਿਲਾਂ ਖੇਤੀ ਸ਼ੁਰੂ ਕੀਤੀ, ਫਿਰ ਅਗਲੇ ਸੀਜ਼ਨ ਯੂਨਿਟ ਲਾਇਆ ਜੀ ਇੱਥੇ। ਅਤੇ ਇੱਥੇ ਹੀ ਅਸੀਂ 10 ਸਾਲ ਇਸੇ ਜਾਮਣ ਥੱਲੇ ਹੀ ਬੈਠਿਆਂ ਨੇ ਕੱਢੇ ਹੈ। ਤਾਂ ਇਹ ਦਫ਼ਤਰ, ਇਹ ਬਿਲਡਿੰਗ, ਇਹ ਤਾਂ ਸਾਰਾ ਕੁਛ ਹੁਣੇ ਹੀ ਹੌਲੀ ਹੌਲੀ ਬਣਿਆ ਜੀ। ਅਤੇ ਪਹਿਲਾਂ ਤਾਂ ਬਹੁਤ ਛੋਟੇ ਲੈਵਲ ਤੋਂ ਸ਼ੁਰੂ ਕੀਤਾ ਸੀ ਸਾਰਾ। ਹਲਦੀ ਪੀਂਦਾ ਕਿਹੜਾ ਹੁੰਦਾ ਸੀ ਬਾਈ ਯਾਰ? ਮੈਂ ਤਾਂ 2-4 ਮਿੰਟ ਗਿਆ ਤੇ ਮੇਰਾ ਧੂੰਆਂ ਕੱਢਦਾ ਭਰਾਵਾ। ਨਹੀਂ, ਅਸੀਂ ਦੋਨੋਂ ਹੀ ਪੀਂਦੇ ਰਹੇ ਹਾਂ ਜੀ, ਕੋਈ ਐਸੀ ਗੱਲ ਨਹੀਂ। ਪਹਿਲਾਂ ਔਖਾ ਲੱਗਿਆ, ਫਿਰ ਉਸ ਤਰ੍ਹਾਂ ਦੀ ਆਦਤ ਹੋ ਜਾਂਦੀ ਹੈ। ਪਹਿਲੇ ਦਿਨ ਕੀ ਹੋਇਆ ਸੀ ਉਹ ਵੀ ਮੈਨੂੰ ਦੱਸੋ ਤੁਸੀਂ। ਉਹ ਹਲਦੀ ਦੇ ਵਿੱਚ ਤਾਂ ਨਹੀਂ ਸੀ ਦਿੱਕਤ। ਨਹੀਂ, ਜਦੋਂ ਅਸੀਂ ਮਿਰਚਾਂ ਪੀਸਣੀਆਂ ਸ਼ੁਰੂ ਕੀਤੀਆਂ ਤਾਂ ਪਹਿਲੇ ਦਿਨ ਸ਼ੌਂਕ ਵੀ ਹੁੰਦਾ, ਉਦੋਂ ਜੋਸ਼ ਵੀ ਹੁੰਦਾ ਵੀ ਯਾਰ ਆਪਾਂ ਆਪ ਹੀ ਕੰਮ ਕਰਨਾ। ਜਦੋਂ ਆਪ ਕਰ ਲਿਆ, ਹੁਣ ਸਾਰਾ ਕੁਛ ਆਪਾਂ ਆਪ ਹੀ ਕਰਿਆ ਕਰਨਾ ਕੋਈ। ਅਤੇ ਉਹ ਜਦੋਂ ਅਸੀਂ ਮਿਰਚ ਪੀਸਣੀ ਸ਼ੁਰੂ ਕੀਤੀ ਜੀ, 5-7 ਮਿੰਟ ਉੱਥੇ ਖੜ੍ਹੇ, ਅਤੇ ਜਦੋਂ ਉਹਦਾ ਅਸਰ ਜਿਹਾ ਹੋਣਾ ਸ਼ੁਰੂ ਹੋਇਆ, ਸਾਰਾ ਸਰੀਰ, ਅੱਖਾਂ, ਸਾਹ ਨੂੰ ਚੜ੍ਹਨ ਲੱਗੀ ਖੰਘ। ਅਤੇ ਫਿਰ ਅਸੀਂ ਐਂ ਬਾਰੀ ਸਿਰ ਚੱਲੀਏ, 5 ਕੁ ਮਿੰਟ ਇੱਕ ਜਣਾ ਗਰਾਈਂਡਰ ਕੋਲੇ ਖੜ੍ਹਿਆ ਕਰੇ, ਉਹ ਭੱਜ ਕੇ ਬਾਹਰ ਨੂੰ ਜਾਇਆ ਕਰੇ, ਦੂਜਾ ਖੜ੍ਹਿਆ ਕਰੇ। ਫਿਰ ਉਹ ਉਡੀਕਿਆ ਕਰੇ ਵੀ ਪਹਿਲਾਂ ਵਾਲਾ ਕਦੋਂ ਅੰਦਰ ਆਊ ਅਤੇ ਮੈਂ ਬਾਹਰ ਜਾਵਾਂ ਦਾ। ਫਿਰ ਹੌਲੀ ਹੌਲੀ ਆਦਤ ਹੋ ਗਈ ਜੀ। ਫਿਰ ਪੀਸਦੇ ਰਹੇ ਹਾਂ, ਸਭ ਕੁਛ ਕਰਦੇ ਰਹੇ ਹਾਂ ਜੀ ਆਪ ਹੀ, ਕੋਈ ਦਿੱਕਤ ਨਹੀਂ। ਬਹੁਤੇ ਲੋਕ ਇਸ ਕਰਕੇ ਵੀ ਛੱਡ ਜਾਂਦੇ ਆ ਇਹ ਕੰਮ, ਵੀ ਇਹ ਔਖਾ ਗਾ, ਕਿਉਂਕਿ ਇਹ ਕੰਮ ਪੀਸਣ ਦਾ ਇੰਨਾ ਸੌਖਾ ਨਹੀਂ ਗਾ। ਪਰ ਤੁਸੀਂ ਲੱਗੇ ਰਹੇ, ਇਹ ਵੀ ਮੈਨੂੰ ਲੱਗਦਾ ਇੱਕ ਹਿੰਮਤ ਵਾਲੀ ਗੱਲ ਹੀ ਹੈ। ਤਕੜਾ ਹੋ ਕੇ ਨਿਬੜਦੀ ਤਾਂ ਬੰਦਾ ਜੀ। ਇੱਦਾਂ ਦੇ ਵੀ ਹੈ ਜੀ, ਕਈ ਫਾਰਮਰ ਸਾਡੇ ਧਿਆਨ 'ਚ ਨੇ ਜਿਨ੍ਹਾਂ ਨੇ ਮਤਲਬ ਹਲਦੀ ਦਾ ਕੰਮ ਸ਼ੁਰੂ ਕੀਤਾ ਸੀ, ਨਾਲ ਮਿਰਚ ਦਾ ਸ਼ੁਰੂ ਕੀਤਾ, ਤਾਂ ਬਾਅਦ 'ਚੋਂ ਇਸੇ ਕਰਕੇ ਹੀ ਛੱਡ ਗਏ। ਕਹਿੰਦੇ ਯਾਰ ਮਿਰਚ ਪੀਸਣੀ ਬਹੁਤ ਔਖੀ ਹੈ। ਕਹਿੰਦੇ ਸਾਥੋਂ ਆਂਢੀ ਗੁਆਂਢੀ ਤੰਗ ਰਹਿੰਦੇ ਸੀ। ਕਹਿੰਦੇ ਜਿਹੜਾ ਲੰਘਦਾ ਸੀ, ਕਹਿੰਦੇ ਮਿਰਚਾਂ ਚੜ੍ਹਦੀਆਂ, ਕਹਿੰਦੇ ਆਪ ਨੂੰ ਵੀ ਦਿੱਕਤ ਹੈ ਪੀਸਣ ਦੀ। ਇਸੇ ਕਰਕੇ ਉਹਨਾਂ ਨੇ ਕੰਮ ਹੀ ਛੱਡਤਾ ਮਿਰਚ ਦਾ। ਪਰ ਅਸੀਂ ਇਹ ਵੀ ਲੱਗੇ ਰਹੇ, ਕੋਈ ਗੱਲ ਨਹੀਂ, ਔਖਾ ਸੌਖਾ ਕਰਨਾ ਹੀ ਹੈ। ਹੁਣ ਜਦੋਂ ਸ਼ੁਰੂ ਹੀ ਕਰ ਲਿਆ ਤਾਂ ਹੁਣ ਇੱਥੋਂ ਤੱਕ ਪਹੁੰਚੇ ਹਾਂ ਜੀ ਅਸੀਂ ਕਰਦੇ ਕਰਦੇ। ਬਾਈ ਕਈ ਇਹ ਵੀ ਹੈ ਨਾ ਵੀ ਜਿਵੇਂ ਚੀਜ਼ਾਂ ਹੁਣ ਮੈਂ ਬਾਈ ਨਾਲ ਵੀ ਕਰੂੰਗਾ ਗੱਲਬਾਤ। ਮੈਂ ਥੋੜ੍ਹਾ 1-2 ਸਵਾਲ ਹੁਣ ਤੁਹਾਨੂੰ ਰੈਗੂਲਰ ਪੁੱਛਦਾ ਵੀ ਜਿਹੜੀ ਚੀਜ਼ ਆ ਬਾਜ਼ਾਰ 'ਚ ਆ ਰਹੀ ਆ, ਬਾਜ਼ਾਰ 'ਚ ਕੰਪਨੀਆਂ ਨੇ, ਕਿਉਂਕਿ ਉਹਨਾਂ ਨੂੰ ਪਤਾ ਵੀ ਜਿਹੜੀ ਚੀਜ਼ ਦਿਸੂ ਸੋਹਣੀ, ਲੋਕ ਉਹਨੂੰ ਵੱਧ ਖਰੀਦਦੇ ਆ। ਰੰਗਤ 'ਚ ਵੀ ਕੋਈ ਥੋੜ੍ਹੀ ਬਹੁਤੀ ਛੇੜਛਾੜ ਕਰੀ ਵੀ ਹੋਵੇ, ਜਿਵੇਂ ਬੇਸਣ ਦੀ ਗੱਲ ਆਪਾਂ ਕਰਦੇ ਹੁੰਦੇ ਹਾਂ ਹੈ ਨਾ, ਵੀ ਜਿਹੜਾ ਸਹੀ ਬੇਸਣ ਹੈ ਉਹਨੂੰ ਉਹੋ ਜਿਹਾ ਰੰਗ ਨਹੀਂ ਚੜ੍ਹਦਾ, ਜਿਹੜਾ ਮਤਲਬ ਬਾਜ਼ਾਰੂ ਬੇਸਣ ਸਾਨੂੰ ਮਿਲਦਾ ਹੈਗਾ ਉਹਦੀ ਰੰਗਤ ਵਰਗਾ ਰੰਗ ਨਹੀਂ ਚੜ੍ਹਦਾ। ਕੋਈ ਵੇਚਣ 'ਚ ਦਿੱਕਤ ਵੀ ਆਈ ਕਿਉਂਕਿ ਚੀਜ਼ ਸਹੀ ਸੀ? ਜਦੋਂ ਵੇਚਣ 'ਚ ਸ਼ੁਰੂ ਦੇ ਵਿੱਚ ਦਿੱਕਤ ਆਈ ਜੀ, ਅਤੇ ਪਰ ਜਦੋਂ ਕਸਟਮਰ ਨੇ ਉਹ ਚੀਜ਼ ਯੂਜ਼ ਕਰਕੇ ਦੇਖੀ, ਵਰਤ ਕੇ ਦੇਖੀ, ਤਾਂ ਫਿਰ ਉਸ ਤੋਂ ਬਾਅਦ ਉਹਦਾ ਰਿਸਪੌਂਸ ਜਿਹੜਾ ਵੱਧਦਾ ਹੀ ਸਾਨੂੰ ਚਲਾ ਗਿਆ। ਰਿਸਪੌਂਸ ਕਸਟਮਰ ਨੂੰ ਕਿਉਂ, ਜਦੋਂ ਉਹਨੇ ਕੁਆਲਿਟੀ ਦੇਖੀ ਯੂਜ਼ ਕਰਨ ਤੋਂ ਬਾਅਦ, ਫਿਰ ਉਹ ਚੀਜ਼ਾਂ ਦੀ ਦਿੱਕਤ ਨਹੀਂ ਆਈ। ਰੰਗਤ ਕਰਕੇ ਕੀ ਹੈ, ਜਾਂ ਪਹਿਲਾਂ ਲੱਗਦਾ ਵੀ ਯਾਰ ਇਹ ਬੇਸਣ ਤੁਹਾਡਾ ਕਿਹੋ ਜਿਹਾ, ਇਹ ਤਾਂ ਮੈਦਾ ਲੱਗਦਾ, ਬੇਸਣ ਨਹੀਂ। ਕਿਉਂਕਿ ਜਿਹੜਾ ਓਰੀਜਨਲ ਬੇਸਣ ਆਪਾਂ ਛੋਲਿਆਂ ਦੀ ਦਾਲ ਦਾ ਪਿਓਰ ਪੀਸ ਲਈਏ ਤਾਂ ਉਹ ਥੋੜ੍ਹਾ ਸਫੇਦੀ 'ਚ ਰਹਿੰਦਾ, ਉਨੇ ਪੀਲੇਪਨ 'ਚ ਨਹੀਂ ਰਹਿੰਦਾ ਜਿੰਨਾ ਆਪਾਂ ਮਾਰਕੀਟ 'ਚ ਆਮ ਦੇਖਦੇ ਹਾਂ ਸਾਰਾ ਬੇਸਣ। ਸਾਨੂੰ ਵੀ ਪਹਿਲੀ ਵਾਰ ਜਦੋਂ ਅਸੀਂ ਬੇਸਣ ਪੀਸਿਆ ਤਾਂ ਸਾਨੂੰ ਵੀ ਲੱਗੇ ਯਾਰ ਬੇਸਣ ਤਾਂ ਪੀਲੇ ਜਿਹੇ ਰੰਗ ਦਾ ਹੁੰਦਾ ਹੈ, ਅਤੇ ਵੀ ਇਹ ਸਫੇਦੀ ਜੀ 'ਚ ਹੈ, ਵਿਕੂਗਾ ਕਿਵੇਂ ਆਪਣਾ। ਚਲੋ ਅਸੀਂ ਕਿਹਾ ਕੋਈ ਗੱਲ ਨਹੀਂ, ਆਪਾਂ ਇਹਨੂੰ ਇੱਦਾਂ ਹੀ ਪੈਕ ਕਰਦੇ ਹਾਂ, ਦੇਖਦੇ ਹਾਂ। ਤਾਂ ਇਹ ਕਰਨ ਦੇ ਨਾਲ ਹੀ ਫਿਰ ਸਾਨੂੰ ਪਤਾ ਲੱਗਿਆ ਵੀ ਯਾਰ ਜਦੋਂ ਆਪਾਂ ਦਾਲ ਪੀਸ ਰਹੇ ਹਾਂ ਪਿਓਰ ਇੱਦਾਂ ਦਾ ਬਣ ਰਿਹਾ ਤਾਂ ਇਹ ਹੀ ਹੁੰਦਾ ਹੋਊਗਾ। ਉਹ ਤਾਂ ਫਿਰ ਕਸਟਮਰ ਤੋਂ ਹੌਲੀ ਹੌਲੀ ਫੀਡਬੈਕ ਮਿਲਦੀ ਗਈ ਜੀ, ਸਾਡਾ ਉਹ 'ਚ ਵਿਸ਼ਵਾਸ ਪੱਕਾ ਹੋ ਗਿਆ ਵੀ ਇਹ ਹੀ ਠੀਕ ਹੈ ਜੋ ਬਾਜ਼ਾਰ ਹੈ। ਫਿਰ ਇਹਦਾ ਮਤਲਬ ਉਹਦੇ 'ਚ ਕੁਛ ਨਾ ਕੁਛ ਗੜਬੜ ਹੋਣੀ ਹੈ ਜੀ, ਇਸ ਕਰਕੇ ਉਹ ਪੀਲੇ ਰੰਗ ਦਾ ਆ ਰਿਹਾ। ਆ ਨਾਮ ਕਿਵੇਂ ਆਇਆ ਪਿੰਡ, ਤੇ ਉਹ ਵੀ ਆਰ ਕੀ ਹੈ ਇਹਦੇ ਵਿੱਚ? ਆਰ ਰਾਮਪੁਰੇ ਦੇ ਲਈ ਹੈ? ਆਰ ਰਾਮਪੁਰੇ ਦੀ ਹੈ ਜੀ, ਪਿੰਡ ਰਾਮਪੁਰਾ। ਅਸੀਂ 2-3 ਦਿਨ ਲਾਤੇ ਨਾਮ ਸੋਚਣ 'ਤੇ, ਡਿਕਸ਼ਨਰੀਆਂ ਲੈ ਕੇ ਬੈਠੇ ਰਹੇ, ਕਦੇ ਗੂਗਲ 'ਤੇ ਕੁਛ। ਪਹਿਲਾਂ ਅਸੀਂ ਬੜੇ ਫੈਂਸੀ ਨਾਮ ਸੋਚਦੇ ਸੀ ਜਿਵੇਂ ਅੱਜ ਕੱਲ੍ਹ ਚੱਲਦਾ,
ਤੇ ਵੀ ਆਪਾਂ ਕੀ ਰੱਖੀਏ, ਵੀ ਅੰਗਰੇਜ਼ੀ ਦਾ ਕੋਈ ਨਾਂ ਜਾਂ ਹੋਵੇ ਬੜਾ ਵਧੀਆ। ਫਿਰ ਸਾਡੀ ਸੋਚ ਇਹ ਆਇਆ ਜੀ ਵੀ ਅੱਧੀਆਂ ਚੀਜ਼ਾਂ ਦੇ ਬਹੁਤੇ ਆਪਾਂ ਬ੍ਰਾਂਡ ਜਿਵੇਂ ਅੱਜ ਕੱਲ੍ਹ ਚੱਲਦੇ ਆ, ਨਾਂ ਲੋਕੀ ਲਈ ਜਾਂਦੇ, ਪਤਾ ਵੀ ਨਹੀਂ ਵੀ ਇਹ ਹੈ ਕੀ ਹੁੰਦਾ ਕੀ ਨਹੀਂ, ਅੱਧੇ ਤਾਂ ਬੋਲਣੇ ਨਹੀਂ ਆਉਂਦੇ। ਫਿਰ ਅਸੀਂ ਕਿਹਾ ਵੀ ਕਿਉਂ ਨਾ ਆਪਾਂ ਆਪਣੀ ਪਛਾਣ ਇੱਥੋਂ ਹੀ ਬਣੇ, ਵੀ ਇਹ ਕਿੱਥੋਂ ਕੰਮ ਚੱਲਿਆ, ਪਿੰਡ ਰਾਮਪੁਰੇ ਤੋਂ ਚੱਲਿਆ, ਤਾਂ ਉਹਨੂੰ ਹੀ ਅਸੀਂ ਆਪਣਾ ਬ੍ਰਾਂਡ ਬਣਾਇਆ ਜੀ, ਪਿੰਡ ਆਰ। ਐਂ ਨਹੀਂ ਲੱਗਿਆ ਬਈ ਵੀ ਬਾਹਲਾ ਹੀ ਦੇਸੀ ਆ ਹੋ ਜਾਊਗਾ, ਅਗਲਾ ਕੋਈ ਕਹਦੇ ਵੀ ਆ ਪਿੰਡ ਆ ਕਿਵੇਂ ਆ, ਮੈਂ ਨਹੀਂ ਖਰੀਦਾ। ਉਹ ਦੂਜੇ ਤਾਂ ਨਾਂ ਹੀ ਹੁਣ ਕੋਈ ਪਹਾੜ ਦੇ ਨਾਂ ਤੇ ਮਸਾਲਿਆਂ ਦਾ ਨਾਂ ਰੱਖੀ ਬੈਠਾ ਹਨਾ, ਇੱਕ ਤੇ ਵੀ ਇਹ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਆ ਉਹਦੇ ਨਾਂ ਤੇ ਧਰ ਲਿਆ ਕਿਸੇ ਨੇ, ਤੇ ਆ ਪਿੰਡ ਦੇ ਨਾਂ ਤੇ ਰਾਮਪੁਰੇ ਵਾਲਾ। ਨਹੀਂ ਬਾਕੀ ਇਹਦੇ ਵਿੱਚ ਇਹ ਵੀ ਹੈ, ਜਿਵੇਂ ਅਸੀਂ ਆਪਦੀ ਪੈਕਿੰਗ ਦੇ ਵਿੱਚ ਤਾਂ ਜਿਹੜੀ ਹਲਦੀ ਚਾਲੂ ਕਰੀ ਹੈ 2015 ਦੇ ਵਿੱਚ, ਉਦੋਂ ਪਹਿਲਾਂ ਅਸੀਂ ਸਿੰਪਲ ਬਿਨਾਂ ਕਿਸੇ ਮਾਰਕੇ ਤੋਂ ਵੇਚਦੇ ਰਹੇ ਹਾਂ ਹਲਦੀ, ਆਪਦੇ ਇਕੱਲੀ ਹਲਦੀ ਦਾ ਸੀ ਉਦੋਂ ਕੰਮ, ਪ੍ਰੋਸੈਸ ਕਰਕੇ ਤੇ ਪੀਸ ਕੇ। ਤੇ ਉਹਦੇ ਨਾਲ ਕੀ ਸਾਡੀ ਜਿਹੜੀ ਹਲਦੀ ਦੀ ਪਛਾਣ ਬਣ ਗਈ ਸੀ ਪਿੰਡ ਰਾਮਪੁਰੇ ਵਾਲਿਆਂ ਦੀ ਹਲਦੀ। ਇਹ ਵੀ ਇੱਕ ਕਾਰਨ ਹੈ ਜਿਹੜਾ ਅਸੀਂ ਇਹਨੂੰ ਵੀ ਪਿੰਡ ਰਾਮਪੁਰੇ ਨੂੰ ਪਿੰਡ ਆਰ ਕੀਤਾ। ਤੇ ਸਾਨੂੰ ਐ ਸੀ ਚਲੋ ਇੰਨਾ ਕੁ ਨਾਂ ਬਣਿਆ, ਇਹਨੂੰ ਤਾਂ ਆਪਾਂ ਵਰਤੀ। ਬਿਲਕੁਲ ਹਾਂ, ਵੀ ਉਹ ਨਾਂ ਪਹਿਲਾਂ ਹੀ ਬਣ ਗਿਆ ਸੀ ਵੀ ਰਾਮਪੁਰੇ ਵਾਲੇ ਭਾਈ ਜਿਹੜੇ ਮੁੰਡੇ ਆ ਉਹਨਾਂ ਦੀ ਜਿਹੜੀ ਹਲਦੀ ਆ ਠੀਕ ਆ, ਤੇ ਹੁਣ ਫਿਰ ਉਹ ਰਾਮਪੁਰਾ ਐਸਾ ਫਿੱਟ ਹੋਇਆ ਵੀ ਪਿੰਡ ਰਾਮਪੁਰਾ ਸੋਹਣਾ ਲੱਗਦਾ ਹਨਾ। ਉਹ ਵੀ ਉਹ ਮਤਲਬ ਜਿਹੜੇ ਮੈਂ ਤਾਂ ਬਾਹਰਲੇ ਬ੍ਰਾਂਡ ਬਾਈ ਜਿੰਨੇ ਦੇਖਦਾ ਹੁੰਦਾ, ਉਹ ਸਾਰਿਆਂ ਨੇ ਕਿਸੇ ਨੇ ਆਪਦੇ ਗੋਤ ਦੇ ਨਾਂ ਤੇ ਧਰ ਰੱਖਿਆ, ਕਿਸੇ ਨੇ ਜਿਹੜੀ ਥਾਂ ਤੇ ਸੀਗੇ ਉਸ ਨਾਂ ਤੇ ਧਰ ਰੱਖਿਆ। ਅੱਜ ਉਹੀ ਵਧੀਆ ਲੱਗਦੇ ਆ, ਉਹੀ ਹਨਾ। ਬਿਲਕੁਲ ਜੀ, ਇਹਦਾ ਸਾਰੀ ਮਾਈਂਡ ਗੇਮ ਆ ਕਿ ਕਿੰਨਾ ਅਸੀਂ ਖੇਡ ਲਾਂਗੇ। ਹੁਣ ਇਹ ਆ ਵੀ ਨਮਕੀਨ ਦਾ ਵੀ ਸ਼ੁਰੂ ਕੀਤਾ ਕੰਮ, ਉਹ ਕਿਵੇਂ ਆ? ਨਮਕੀਨ ਦਾ ਕੰਮ ਵੀ ਬਹੁਤ ਵਧੀਆ ਜੀ। ਉਹ ਅਸੀਂ ਉਹਦੇ ਪਿੱਛੇ ਇਹ ਹੈ ਵੀ ਅਸੀਂ ਪਹਿਲਾਂ ਇਕੱਲੇ ਪਕੌੜੇ ਬਣਾਉਂਦੇ ਹੁੰਦੇ ਸੀ ਸਬਜ਼ੀ ਵਾਲੇ, ਉਹ ਅਸੀਂ ਕਿਤੇ ਦੇਖੇ ਸੀ, ਸਾਨੂੰ ਵਧੀਆ ਲੱਗੇ, ਅਤੇ ਉਹ ਬਿਲਕੁਲ ਹੀ ਡਿਫਰੈਂਟ ਸੀ। ਵੀ ਅਸੀਂ ਦੇਖਿਆ ਯਾਰ ਆਪਣੇ ਬੰਨੀ ਤਾਂ ਇਹੋ ਜਿਹੇ ਪਕੌੜੇ ਆਉਂਦੇ ਨਹੀਂ ਕੋਈ, ਤਾਂ ਅਸੀਂ ਕਿਹਾ ਵੀ ਚਲੋ ਆਪਾਂ ਪਕੌੜੇ ਵੀ ਬਣਾਵਾਂਗੇ ਨਾਲ ਹੀ। ਅਸੀਂ ਪਕੌੜੇ ਬਣਾਉਣੇ ਸ਼ੁਰੂ ਕੀਤੇ ਜੀ, ਹੌਲੀ ਹੌਲੀ ਉਹਨੂੰ ਡਿਵੈਲਪ ਕਰਦੇ ਕਰਦੇ ਜਦੋਂ ਪਹੁੰਚ ਗਏ, ਉਹਨੂੰ ਅਸੀਂ ਮਾਰਕੀਟ 'ਚ ਲਿਜਾਣਾ ਸ਼ੁਰੂ ਕੀਤਾ। ਤਾਂ ਉਹ ਇੱਕੋ ਵੈਰਾਈਟੀ ਹੋਣ ਕਰਕੇ ਉਹਦੇ ਸੀਗਾ ਕਿ ਕਸਟਮਰ ਕਹਿੰਦਾ ਸੀ ਵੀ ਸਾਨੂੰ ਭੁਜੀਆ ਵੀ ਦਿਓ ਜੀ, ਸਾਨੂੰ ਬੂੰਦੀ ਵੀ ਦਿਓ, ਸਾਰਾ ਕੁਛ। ਫਿਰ ਅਸੀਂ ਸਾਰੀਆਂ ਆਈਟਮਾਂ ਨਾਲ ਚਾਲੂ ਕਰਤੀਆਂ ਜੀ। ਉਹਦੇ 'ਚ ਵੀ ਪਿਓਰ ਹੋਣ ਕਰਕੇ ਸਾਨੂੰ ਵੇਚਣ 'ਚ ਬਹੁਤ ਦਿੱਕਤ ਆਈ। ਦੇਖੋ ਹੋਣਾ ਤਾਂ ਉਲਟਾ ਚਾਹੀਦਾ ਸੀ ਵੀ ਜਿਹੜਾ ਮਾਲਾ ਮਾਲ ਹੈ ਉਹਨੂੰ ਵੇਚਣ 'ਚ ਦਿੱਕਤ ਆਉਣੀ ਚਾਹੀਦੀ ਹੈ। ਸਾਨੂੰ ਵੇਚਣ 'ਚ ਦਿੱਕਤ ਤਾਂ ਆਉਂਦੀ ਸੀ ਕਿਉਂਕਿ ਸਾਡਾ ਜਿਹੜਾ ਮਾਲ ਸੀਗਾ ਉਹ ਬਿਲਕੁਲ ਪਿਓਰ ਬੇਸਣ ਦਾ ਬਣਿਆ ਹੋਇਆ ਸੀ। ਤਾਂ ਗਾਹਕ ਕਹਿੰਦਾ ਸੀ ਇਹਦਾ ਤਾਂ ਰੰਗ ਨਹੀਂ ਸੋਹਣਾ ਜੀ, ਇਹਦੇ 'ਚ ਤਾਂ ਡੱਬ ਜੇ ਦਿੰਦੇ ਆ, ਆਹ ਦੇਖੋ ਦੂਜਾ ਮਾਲ ਹੈ ਕਿੰਨਾ ਸੋਹਣਾ ਪੀਲਾ ਰੰਗ ਹੈ। ਜਦੋਂ ਉਹਦੇ ਵਿੱਚ ਰੰਗ ਪਾਇਆ ਜੀ ਤਾਂ ਰੰਗ ਉਹਦਾ ਸੋਹਣਾ ਪੀਲਾ ਹੋਊਗਾ ਹੀ, ਪਰ ਅਸੀਂ ਕਸਟਮਰ ਜਦੋਂ ਇੱਕ ਵਾਰ ਕਸਟਮਰ ਦੇ ਜੀਭ 'ਤੇ ਚੀਜ਼ ਚਲੀ ਜਾਂਦੀ ਸੀ ਤਾਂ ਉਹ ਪਸੰਦ ਕਰਦਾ ਸੀ। ਇੱਦਾਂ ਕਰਕੇ ਹੌਲੀ ਹੌਲੀ ਉਹਦੇ 'ਚ ਵੀ ਹੁਣ ਅਸੀਂ ਐਸਟੈਬਲਿਸ਼ ਹੁੰਦੇ ਜਾ ਰਹੇ ਹਾਂ ਜੀ। ਹੁਣ ਨਮਕੀਨ ਵਾਲਾ ਠੀਕ ਆ ਕੰਮ ਕਿ ਬਾਈ ਹਲਦੀ ਵਾਲਾ ਠੀਕ ਆ? ਨਹੀਂ ਕੰਮ ਤਾਂ ਦੋਨੋਂ ਹੀ ਠੀਕ ਹੈ ਜੀ। ਹਲਦੀ ਦਾ ਵੀ ਕੰਮ ਬਹੁਤ ਵਧੀਆ ਚੱਲ ਰਿਹਾ ਤੇ ਨਮਕੀਨ ਦਾ ਵੀ ਸਾਨੂੰ ਵਧੀਆ ਰਿਸਪੌਂਸ ਮਿਲ ਰਿਹਾ। ਹਲਦੀ ਨੂੰ ਚਲੋ ਸਾਨੂੰ ਐ ਕਾਫੀ ਟਾਈਮ ਹੋ ਗਿਆ ਹਲਦੀ ਤਾਂ ਕਰਦੇ ਨੂੰ, ਇਹ ਥੋੜ੍ਹਾ ਜਿਹਾ ਨਵਾਂ ਗਾ ਹੈ ਜਿਹਦੇ 'ਚ ਥੋੜ੍ਹੀਆਂ ਦਿੱਕਤਾਂ ਆ ਰਹੀਆਂ ਹੈਗੀਆਂ ਵੀ ਕਿਵੇਂ ਇਹ 'ਚ ਜ਼ਿਆਦਾ ਲੇਬਰ ਕੰਜ਼ਿਊਮਿੰਗ ਹੈ ਜਿਹੜਾ ਨਮਕੀਨ ਵਾਲਾ ਕੰਮ ਹੈ, ਵੀ ਕਿੱਦਾਂ ਆਪਾਂ ਲੇਬਰ ਨੂੰ ਕਿਵੇਂ ਹੈਂਡਲ ਕਰਨਾ ਹੈ ਤੇ ਜਾਂ ਇਹਦੀ ਪੈਕਿੰਗ ਮਟੀਰੀਅਲ ਕਿੱਦਾਂ ਦਾ ਲਿਆਉਣਾ, ਹਜੇ ਇਹਦੇ ਬਾਰੇ ਸਿੱਖ ਰਹੇ ਹਾਂ ਥੋੜ੍ਹਾ ਥੋੜ੍ਹਾ। ਅੱਛਾ ਮੇਰੇ ਨਾਲ ਹੁਣ ਮੈਂ ਵਿਚਾਲੇ ਬੈਠਾਂਗਾ, ਕਦੇ ਇੱਧਰ ਨੂੰ ਮਾਈਕ ਕਰਦਾ ਕਦੇ ਇੱਧਰ ਨੂੰ, ਮੈਨੂੰ ਐਂ ਯਾਦ ਆ ਰਿਹਾ ਕਹਿੰਦੇ ਵੀ ਬੰਦੇ ਦੇ ਪਾਸੇ ਦੋ ਹੁੰਦੇ ਆ ਫਰਿਸ਼ਤੇ, ਇੱਕ ਬਦੀ ਵਾਲਾ ਹੁੰਦਾ ਇੱਕ ਨੇਕੀ ਵਾਲਾ ਹੁੰਦਾ। ਹੁਣ ਤੁਹਾਡੇ ਦੋਨਾਂ ਚੋਂ ਕੌਣ ਐਂ ਦੱਸੋ? ਮਜ਼ਾਕ ਆ, ਸੀਰੀਅਸ ਨਹੀਂ ਕੋਈ ਗੱਲ, ਵੈਸੇ ਇੱਕ ਲਾਈਟ ਮੂਡ ਦੀ ਗੱਲ ਹੈ। ਹੋਰ ਅੱਗੇ ਫਿਰ ਬਾਈ ਕੀ ਕਰਨਾ ਹੁਣ, ਇਹਦਾ ਕਿਵੇਂ ਵਧਾਉਣਾ? ਇਸੇ ਨੂੰ ਹੁਣ ਇਹਦੀ ਪਹੁੰਚ ਵਧਾਉਣ 'ਤੇ ਲੱਗੇ ਹੋਏ ਆ ਜੀ, ਵੱਧ ਤੋਂ ਵੱਧ ਲੋਕਾਂ ਤੱਕ ਪ੍ਰੋਡਕਟ ਪਹੁੰਚੇ। ਅਤੇ ਮੇਨ ਜਿਹੜਾ ਸ਼ੁਰੂ ਕਰਨ ਦੇ ਪਿੱਛੇ ਵੀ ਏਮ ਇਹੀ ਸੀ ਵੀ ਚੰਗੇ ਜਿਹੜੇ ਖਾਣ ਵਾਲੇ ਪ੍ਰੋਡਕਟ ਹੈ ਵੀ ਉਹ ਲੋਕਾਂ ਤੱਕ ਪਹੁੰਚਣੇ ਚਾਹੀਦੇ, ਬਿਕੋਜ਼ ਖਾਣ ਵਾਲਾ ਵੀ ਖਾਣਾ ਚਾਹੁੰਦਾ ਔਰ ਬਣਾਉਣ ਵਾਲਾ ਵੀ ਦੇਣਾ ਚਾਹੁੰਦਾ। ਕਈ ਵਾਰੀ ਵਿਚਾਲੇ ਦਿੱਕਤ ਆ ਜਾਂਦੀ ਹੈ, ਕੋਈ ਮਾਰਜਨ ਦੀ ਜਾਂ ਹੋਰ ਦਿੱਕਤਾਂ ਨੇ, ਜਾਂ ਕਈ ਵਾਰੀ ਲੋਕ ਸਸਤਾ ਮੰਗਦੇ ਆ ਤਾਂ ਦੁਕਾਨਦਾਰ ਦੀ ਵੀ ਮਜਬੂਰੀ ਆ, ਉਹਨੇ ਉਸ ਤਰ੍ਹਾਂ ਦਾ ਪ੍ਰੋਡਕਟ ਸਸਤਾ ਮੰਗੂਗਾ ਤਾਂ ਸਸਤਾ ਦੇਣਾ, ਉਹਦਾ ਤਾਂ ਵੇਚਣ ਤੱਕ ਮਸਲਾ ਜੀ। ਤੋ ਅਸੀਂ ਇਹਦੀ ਹੁਣ ਪਹੁੰਚ ਵਧਾਉਣ 'ਤੇ ਲੱਗੇ ਹੋਏ ਹਾਂ, ਪ੍ਰੋਡਕਟ ਦੀ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ, ਉਹਨਾਂ ਨੂੰ ਪਤਾ ਲੱਗੇ ਕੋਈ ਚੰਗੀ ਕੁਆਲਿਟੀ ਦਾ ਵੀ ਪ੍ਰੋਡਕਟ ਮਾਰਕੀਟ 'ਚ ਹੈ ਜਿਹਨੂੰ ਆਪਾਂ ਬੇਫਿਕਰ ਹੋ ਕੇ ਖਾ ਸਕਦੇ ਹਾਂ, ਵੀ ਇਹਦੇ ਵਿੱਚ ਕੋਈ ਵੀ ਐਸੀ ਚੀਜ਼ ਨਹੀਂ ਜਿਹੜੀ ਸਾਡੀ ਸਿਹਤ ਵਾਸਤੇ ਮਾੜੀ ਹੋਊਗੀ। ਮਿਰਚਾਂ ਪੀਸਣ ਦੀ ਜਿਹੜੀ ਤਕਲੀਫ ਤੁਹਾਨੂੰ ਛੱਡ ਕੇ ਹੋਰ ਕਿਹੜੀਆਂ ਤਕਲੀਫਾਂ ਆਈਆਂ ਮਿਹਣੇ ਖਾਸ ਤੌਰ ਦੇ ਉੱਤੇ ਵੱਜੇ? ਯਾਰ ਆਹ ਤਾਂ ਵੱਜੀ ਹੁੰਦੇ ਆ ਬਈ, ਯਾਰ ਆਪਣਾ ਪਾਸਾ ਤਾਂ ਬਹੁਤ ਮਸ਼ਹੂਰ ਆ ਮਿਹਣੇ ਮਾਰਨ 'ਚ। ਇਹ ਚੱਲਦਾ ਹੀ ਰਹਿੰਦਾ ਜੀ, ਸਾਰੇ ਕੰਮਾਂ 'ਚ ਹੀ ਹੁੰਦਾ। ਕੋਈ ਵੀ ਆਪਾਂ ਜਦੋਂ ਕੰਮ ਸ਼ੁਰੂ ਕਰਦੇ ਹਾਂ, ਖਾਸ ਤੌਰ 'ਤੇ ਰੈਗੂਲਰ ਕੰਮ ਵੀ ਕੋਈ ਸ਼ੁਰੂ ਕਰ ਲਈਏ ਉਹਦੇ 'ਚ ਵੀ ਮਿਹਣੇ ਵੱਜਦੇ ਆ, ਜੇ ਕੋਈ ਆਪਾਂ ਵੱਖਰਾ ਜਿਹਾ ਹੀ ਤੋਰ ਲਈਏ ਤਾਂ ਉਹਦੇ 'ਚ ਤਾਂ ਹੁੰਦਾ ਹੀ ਹੁੰਦਾ। ਉਹਨੂੰ ਕੀ ਵੱਜੇ ਸੀ? ਬਸ ਇਦਾਂ ਦੇ ਹੀ ਚੱਲਦੇ ਰਹਿੰਦੇ ਆ ਜੀ ਕਿ ਆ ਵੀ 4 ਸਾਲ ਉੱਥੇ ਪੜ੍ਹ ਕੇ ਆ ਗਏ ਹੁਣ, ਅਤੇ ਵੀ ਆ ਕੇ ਇੱਥੇ ਪਕੌੜੇ ਤਲਣ ਲੱਗ ਗਏ। ਵੀ ਜੇ ਇਹੀ ਕੁਛ ਹੀ ਕਰਨਾ ਸੀਗਾ ਤਾਂ ਵੀ ਫਿਰ ਕਰਨ ਦੀ ਕੀ ਲੋੜ, ਪੜ੍ਹਨ ਦੀ ਕੀ ਲੋੜ ਸੀਗੀ, ਫਿਰ ਪਹਿਲਾਂ ਹੀ ਕਰ ਲੈਂਦੇ। ਨਹੀਂ ਇਹ ਤਾਂ ਮੇਰਾ ਨਹੀਂ ਖਿਆਲ ਕਿ ਗਿਆਨ ਕਦੇ ਵੀ ਕਿਸੇ ਚੀਜ਼ ਦਾ ਵਿਰੋਧੀ ਹੋ ਸਕਦਾ ਹੈ ਨਾ। ਸਹੀ ਗੱਲ ਜੀ ਤੁਹਾਡੀ। ਤੁਹਾਨੂੰ ਵੀ ਆਈਆਂ ਬਾਈ ਕੋਈ ਤਕਲੀਫ ਹੈ ਜੀ?
ਨਹੀਂ ਸਾਂਝੀਆਂ ਹੀ ਸਾਡੀਆਂ ਤਕਲੀਫਾਂ ਸਾਨੂੰ ਦੋਨਾਂ ਨੂੰ ਇਕੱਠੀਆਂ ਹੀ ਮਿਹਣੇ ਵਿੱਚ ਨਹੀਂ ਬਾਕੀ ਹੌਸਲਾ ਅਫਜ਼ਾਈ ਵੀ ਹੋਈ ਹੈ ਜੀ, ਇਹੋ ਜਿਹੀ ਵੀ ਕੋਈ ਗੱਲ ਨਹੀਂ। ਉਹਨਾਂ ਦੇ ਕਸਟਮਰ ਦੇ ਹੌਸਲੇ ਦੇ ਨਾਲ ਹੀ ਅਸੀਂ ਇੱਥੇ ਤੱਕ ਪਹੁੰਚੇ ਹਾਂ। ਤੇ ਚਲੋ ਇਹਦਾ ਦੋਨੇ ਫੇਜ਼ ਨੇ, ਚੰਗੇ ਵੀ ਆ ਮਾੜੇ ਵੀ। ਚੀਜ਼ ਆ ਜਿਹੜੀ ਨੇ ਮਤਲਬ ਤੁਹਾਨੂੰ ਲੱਗਦਾ ਵੀ ਯਾਰ ਸਾਡੀ ਸਕਸੈਸ 'ਚ ਰੋਲ ਬਹੁਤ ਨਿਭਾਇਆ? ਦੇਖੋ ਇੱਕ ਤਾਂ ਮਿਹਨਤ ਹੈ, ਉਹ ਤਾਂ ਜ਼ਰੂਰੀ ਹੈ। ਜੇ ਆਪਾਂ ਕੋਈ ਵੀ ਕੰਮ ਕਰਦੇ ਹਾਂ ਉਹ ਅਸੀਂ ਜਿੰਨਾ ਸਾਡਾ ਵਿੱਤ ਸੀ ਅਸੀਂ ਉਨੀ ਕੀਤੀ ਹੈ, ਕਿਸੇ ਵੀ ਕੰਮ ਤੋਂ ਅਸੀਂ ਨਾ ਨਹੀਂ ਕੀਤੀ। ਵੀ ਇਹ ਨਹੀਂ ਹੈ ਯਾਰ ਆਪਾਂ ਤਾਂ ਪੜ੍ਹ ਕੇ ਆਏ ਹਾਂ ਆਪਾਂ ਆਹ ਕੰਮ ਕਿਉਂ ਕਰੀਏ। ਅਸੀਂ ਮਤਲਬ ਸਾਡੇ ਪਰਿਵਾਰ 'ਚੋਂ ਜਾਂ ਇਹਨਾਂ ਦੇ ਪਰਿਵਾਰ 'ਚ ਮੇਰੇ ਖਿਆਲ 'ਚ ਕਿਸੇ ਨੇ ਨਾ ਤਾਂ ਖੇਤੀ ਦੇ ਵਿੱਚ ਐਂ ਵੀ ਯੂਰੀਆ ਉਹ ਕੀਤਾ ਹੋਣਾ, ਸਿੱਟਿਆ ਫਸਲ ਦੇ ਵਿੱਚ। ਅਸੀਂ ਯੂਰੀਆ ਵੀ ਸਿੱਟਿਆ, ਪਹਿਲਾਂ ਕਿਤੇ ਸਿੱਟਿਆ ਨਹੀਂ। ਜਦੋਂ ਵਿੱਚ ਦੀ ਐਂ ਹੋ ਗਿਆ ਵੀ ਯਾਰ ਬੰਦਾ ਆਪਣਾ ਚਲਿਆ ਗਿਆ ਵੀ ਆਪਾਂ ਉਹਨਾਂ ਨੂੰ ਕਿਵੇਂ ਕਰੀਏ, ਅਸੀਂ ਦੇਖਿਆ ਨਹੀਂ ਹੈਗਾ ਵੀ ਆਪਾਂ ਯਾਰ ਕਿਸੇ ਹੋਰ ਦੇ ਕਿੰਨੀ ਹੱਥਾਂ ਕਿੰਨੀ ਝਾਕਣਾ, ਤਾਂ ਅਸੀਂ ਆਪ ਦਾ ਆਪ ਕੀਤਾ ਇਹ ਸਾਰਾ ਕੁਛ। ਮਿਹਨਤ ਦੇ ਨਾਲ ਨਾਲ ਜੀ ਸਾਨੂੰ ਹੌਸਲਾ ਅਫਜ਼ਾਈ ਵੀ ਕਸਟਮਰ ਦੀ, ਜਦੋਂ ਅਸੀਂ ਪ੍ਰੋਡਕਟ ਜਿਹੜਾ ਸੀਗਾ ਜਿਵੇਂ ਵੇਚਣਾ ਜ਼ਰੂਰ ਔਖਾ ਸੀਗਾ, ਪਰ ਜਦੋਂ ਵਿਕ ਕੇ ਕਿਸੇ ਦੀ ਥਾਲੀ 'ਚ ਜਾਂਦਾ ਸੀ ਤੇ ਸਾਨੂੰ ਜਿਹੜੀ ਉਹਦੀ ਫੀਡਬੈਕ ਆਉਂਦੀ ਸੀ ਉਹ ਬਹੁਤ ਪੋਜ਼ਿਟਿਵ ਆਉਂਦੀ ਸੀ। ਉਹਦੇ ਨਾਲ ਹੀ ਫਿਰ ਸਾਨੂੰ ਮਤਲਬ ਕਹ ਲਓ ਇੱਕ ਤਰ੍ਹਾਂ ਦਾ ਬੂਸਟ ਮਿਲਦਾ ਸੀਗਾ ਤੇ ਅਸੀਂ ਅੱਗੇ ਵੱਧਦੇ ਗਏ ਇਸ ਤਰ੍ਹਾਂ। ਹੈਰਾਨੀ ਦੀ ਗੱਲ ਇਹ ਆ ਵੀ ਅਸੀਂ ਬਾਈ ਵਰਗਿਆਂ ਕੋਲੇ ਆਏ, ਇਹਨਾਂ ਨੇ ਚਾਹ ਵੀ ਆਪ ਬਣਾਈ ਆ ਬਾਈ ਨੇ ਸੀ, ਬਹੁਤ ਸਵਾਦ ਚਾਹ ਬਣਾਉਂਦਾ ਬਾਈ ਹਨਾ, ਚਾਹ ਬਹੁਤ ਸਵਾਦ ਸੀ। ਹਾਂਜੀ ਇਹ ਕੀ ਕਨਸੈਪਟ ਆ ਯਾਰ? ਵੀ ਨਹੀਂ ਤਾਂ ਲੋਕ ਅਗਲਾ ਕਹਿੰਦਾ ਵੀ ਯਾਰ ਇੱਕ ਬੰਦਾ ਰੱਖ ਲਓ ਜਿਹੜਾ ਚਾਹ ਪਾਣੀ ਬਣਾਵੇ ਆਪਣੇ ਇੱਥੇ। ਜਾਂ ਤਾਂ ਜੀ ਅਸੀਂ ਇਸ ਗੁੰਜਾਇਸ਼ 'ਚ ਜੀ ਨਹੀਂ ਹੈਗੇ, ਜਾਂ ਬਸ ਜੋ ਕੰਮ ਅਸੀਂ ਆਪ ਕਰ ਸਕਦੇ ਹਾਂ ਫਿਰ ਉਹ ਆਪਾਂ ਕਿਉਂ ਕਿਸੇ ਤੋਂ ਕਰਵਾਉਣਾ ਜੀ। ਇਹ ਵੀ ਇੱਕ ਜੇ ਬੰਦਾ ਰੱਖਾਂਗੇ ਉਹਨੂੰ ਵੀ ਆਪਾਂ ਕੁਛ ਨਾ ਕੁਛ ਮਹੀਨੇ ਦਾ ਦੇਵਾਂਗੇ, ਕਿਉਂ ਨਾ ਉਸ ਜਿਹੜਾ ਹੈਗਾ ਜਿਵੇਂ ਪਹਿਲਾਂ ਬਾਈ ਕਹਿ ਕੇ ਹਟਿਆ ਵੀ ਜਿਹੜੇ ਵੱਡੀਆਂ ਕੰਪਨੀਆਂ ਹੈਗੀਆਂ ਉਹਨਾਂ ਦਾ ਜਿੰਨਾ ਸਾਡਾ ਸਾਰਾ ਬਜਟ ਆ ਉਦੋਂ ਕਿਤੇ ਜ਼ਿਆਦਾ ਬਜਟ ਐਡਵਰਟਾਈਜ਼ਮੈਂਟ 'ਤੇ ਹੁੰਦਾ। ਚਲੋ ਜਿੰਨਾ ਕੁ ਅਸੀਂ ਇੱਧਰੋਂ ਬਚਾਵਾਂਗੇ ਉਹਨਾਂ ਕੁ ਆਪਦੀ ਐਡ ਵੱਲ ਲੈ ਕੇ ਜਾਵਾਂਗੇ। ਹਾਂਜੀ। ਅੱਛਾ ਬਾਈ, ਮੈਂ ਵੀ ਤੁਹਾਡੇ ਤੋਂ ਇਹੀ ਆਖਰੀ ਸਵਾਲ ਹੀ ਆ ਮੇਰਾ। ਅਸੀਂ ਵੀ ਇੱਕ ਨਿੱਕੇ ਜਿਹੇ ਅਦਾਰੇ ਤੇ ਸਾਡਾ ਜਿਹੜਾ ਤਜਰਬਾ ਵੀ ਜੇ ਵੱਡੀਆਂ ਕੰਪਨੀਆਂ ਨਾਲ ਖਹਿਣਾਗਾ, ਸਾਨੂੰ ਆਪਦੇ ਬਜਟ ਦੇ ਵਿੱਚ ਬਹੁਤ ਮੈਨੇਜਮੈਂਟ ਲਿਆਉਣੀ ਪੈਂਦੀ ਆ, ਬਹੁਤ ਧਿਆਨ ਨਾਲ ਖਰਚਣਾ ਪੈਂਦਾ ਵੀ ਯਾਰ ਇੱਥੋਂ ਵੀ ਜੇ ਪੈਸੇ ਬਚਦੇ ਆ ਤਾਂ ਕੋਈ ਬੁਰਾਈ ਨਹੀਂ, ਕਿਉਂਕਿ ਸਾਡੇ ਕੋਲੇ ਆਪਾਂ ਨੂੰ ਵੀ ਪਤਾ ਵੀ ਨਿੱਕੇ ਲੈਵਲ ਤੇ ਉੱਡਾ ਮਾਸ ਲੈਵਲ ਤੇ ਕੰਮ ਨਹੀਂ ਹੁੰਦਾ ਤਾਂ ਉਹਨੇ ਮੁਨਾਫੇ ਵੀ ਨਹੀਂ ਹੁੰਦੇ ਹਨਾ। ਤੁਹਾਡੇ ਕੰਮ ਦੇ ਵਿੱਚ ਜਿੰਨੀ ਕੁ ਤੁਸੀਂ ਇੱਥੇ ਤੱਕ ਲਿਆਏ ਹੋ, ਕਿਹੜੀਆਂ ਗੱਲਾਂ ਦਾ ਖਾਸ ਖਿਆਲ ਰੱਖਿਆ? ਖਾਸ ਖਿਆਲ ਤਾਂ ਬਾਈ ਜੀ ਇਹਦੇ 'ਚ ਇਹੀ ਹੈ ਵੀ ਇੱਕ ਤਾਂ ਵੀ ਡਿਮਾਂਡ ਜਿਹੜੀ ਕਿਵੇਂ ਪੈਦਾ ਕਰਨੀ ਹੈ। ਇੱਕ ਤਾਂ ਡਿਮਾਂਡ ਐਡ ਰਾਹੀਂ ਪੈਦਾ ਕੀਤੀ ਜਾਂਦੀ ਹੈ ਜੀ, ਦੂਜੀ ਡਿਮਾਂਡ ਆ ਵੀ ਆਪਾਂ ਕਸਟਮਰ ਨੂੰ ਦੇ ਕੇ ਪ੍ਰੋਡਕਟ ਸਿੱਧਾ ਉਹਦੇ ਥਰੂ ਡਿਮਾਂਡ ਪੈਦਾ ਕਰੀਏ ਜੀ। ਤਾਂ ਅਸੀਂ ਦੂਜਾ ਰਸਤਾ ਅਪਣਾਇਆ, ਅਸੀਂ ਐਗਜ਼ੀਬਿਸ਼ਨਸ ਦੇ ਥਰੂ, ਟ੍ਰੇਡ ਫੇਅਰ ਦੇ ਥਰੂ ਪਬਲਿਕ ਦੇ ਵਿੱਚ ਆਪਦੇ ਪ੍ਰੋਡਕਟ ਦੀ ਡਿਮਾਂਡ ਪੈਦਾ ਕੀਤੀ ਹੈ ਜੀ। ਉਹਦੇ ਨਾਲ ਅਸੀਂ ਪ੍ਰੋਡਕਟ ਬਾਜ਼ਾਰ 'ਚ ਜਾਣਾ ਉਹਦਾ ਭੇਜਣਾ ਸ਼ੁਰੂ ਕੀਤਾ ਜੀ, ਜਦੋਂ ਕਸਟਮਰ ਨੇ ਦੁਕਾਨਾਂ 'ਤੇ ਮੰਗਣਾ ਸ਼ੁਰੂ ਕੀਤਾ। ਤਾਂ ਇਸ ਤੋਂ ਬਾਅਦ ਬਾਕੀ ਇਹ ਵੀ ਮੈਨੇਜਮੈਂਟ 'ਚ ਤਾਂ ਅਸੀਂ ਇਹੀ ਕਰਦੇ ਰਹੇ ਹਾਂ, ਜਿਵੇਂ ਇਹਨਾਂ ਨੇ ਦੱਸਿਆ ਵੀ ਜਿਹੜਾ ਕੰਮ ਅਸੀਂ ਖੁਦ ਕਰ ਸਕਦੇ ਹਾਂ। ਜਿਵੇਂ ਹੁਣ ਅੱਜ ਅਸੀਂ ਜਾਣਾ ਸੀਗਾ, ਆਪਣੇ ਪ੍ਰੋਗਰਾਮ ਕਰਕੇ ਕੈਂਸਲ ਕੀਤਾ, ਵੀ ਡਿਲੀਵਰੀ 'ਤੇ ਵੀ ਅਸੀਂ ਖੁਦ ਜਾਂਦੇ ਹਾਂ, ਮਾਰਕੀਟਿੰਗ 'ਤੇ ਵੀ ਚਲੇ ਜਾਂਦੇ ਹਾਂ। ਸਾਨੂੰ ਕੋਈ ਕਿਸੇ ਵੀ ਕੰਮ ਦੀ ਕੋਈ ਦਿੱਕਤ ਨਹੀਂ, ਜਿੱਥੇ ਵੀ ਕੋਈ ਬੰਦਾ ਘਟਦਾ ਦਿਸੇ ਉੱਥੇ ਅਸੀਂ ਆਪ ਫਿੱਟ ਹੋ ਜਾਂਦੇ ਹਾਂ ਅਤੇ ਚੱਕਰ ਨੂੰ ਇਸੇ ਨੂੰ ਚੱਲਦਾ ਰੱਖਦੇ ਹਾਂ ਅਸੀਂ ਕਿਸੇ ਵੀ ਤਰ੍ਹਾਂ। ਸਾਨੂੰ ਇਹ ਹੈ ਵੀ ਇਹਨੂੰ ਆਪਾਂ ਕਿਵੇਂ ਨਾ ਕਿਵੇਂ ਚੱਲਦਾ ਰੱਖਣਾ, ਕਿਸੇ ਤਰ੍ਹਾਂ ਦਾ ਵੀ ਸਾਨੂੰ ਕੰਮ ਕਰਨਾ ਪਵੇ ਉਹ ਅਸੀਂ ਕਰਦੇ ਹਾਂ। ਅਸੀਂ ਖੰਭਿਆਂ 'ਤੇ ਪੋਸਟਰ ਵੀ ਲਾਏ ਆ ਜੀ, ਲੈ ਵੀ ਲੈ ਕੇ ਡਰਮ ਦੇ ਵਿੱਚ ਅਤੇ ਮੋਟਰਸਾਈਕਲ 'ਤੇ ਘੱਟੋ ਘੱਟ ਮੈਂ ਕਹਿੰਦਾ 100 ਕਿਲੋਮੀਟਰ ਦੇ ਏਰੀਏ 'ਚ ਪੋਸਟਰ ਲੈ ਕੇ। ਉਦੋਂ ਅਸੀਂ ਤਾਂ 10 ਸਾਲ ਪਹਿਲਾਂ ਛੋਟੇ ਹੀ ਕਹਿ ਲਓ, ਛੋਟੇ ਛੋਟੇ ਸੀਗੇ ਅਤੇ ਡਰਨਾ ਵੀ, ਪਤਾ ਨਹੀਂ ਕੋਈ ਐਂ ਨਾ ਕਹਦੇ ਵੀ ਇੱਥੇ ਪੋਸਟਰ ਕਿਉਂ ਲਾਈ ਜਾਂਦੇ ਹੋ ਤੁਸੀਂ, ਕੀ ਗੱਲ ਆ। ਅਤੇ ਸਵੇਰੇ ਹੀ ਨਿਕਲ ਜਾਂਦਾ ਜੀ, ਪੋਸਟਰ ਵੀ ਲਾਉਂਦੇ ਰਹੇ ਹਾਂ ਅਸੀਂ ਵੀ ਹਲਦੀ ਐਗਰੀਮੈਂਟ 'ਤੇ ਲਾਓ ਜੀ, ਇੱਦਾਂ ਕਰੋ ਇੱਦਾਂ ਕਰੋ। ਸਾਨੂੰ ਇਹ ਸੀ ਵੀ ਇਲਾਕੇ ਦੇ ਵਿੱਚ ਇਹ ਖੇਤੀ ਵੀ ਵਧੇ, ਸਾਨੂੰ ਕੱਚਾ ਮਾਲ ਵੱਧ ਮਿਲੇ, ਅਤੇ ਵੀ ਜਿਹੜੀ ਆਪਾਂ ਖੇਤੀ ਵਿਭਿੰਨਤਾ ਦੀ ਗੱਲ ਕਰਦੇ ਹਾਂ ਅੱਜ ਕੱਲ੍ਹ, ਵੀ ਖੇਤੀ ਵਿਭਿੰਨਤਾ ਹੋਣੀ ਚਾਹੀਦੀ ਹੈ। ਚਲੋ ਜੇ ਉਹ 'ਚ ਆਪਣਾ ਰੋਲ ਮਾੜਾ ਮੋਟਾ ਆ ਜਾਵੇ ਤਾਂ ਵਧੀਆ ਗੱਲ ਹੀ ਹੋਊ। ਵੀ ਚਲੋ ਐਂ ਕਹਿ ਲਓ ਜਿਹਨੂੰ ਕਹਿੰਦੇ ਹੁੰਦੇ ਵੀ ਅੱਗ ਬੁਝਾਉਣ ਵਾਲਿਆਂ 'ਚ ਨਾ ਆਊਗਾ, ਵੀ ਇਹ ਕੋਈ ਆਪਸ਼ਨ ਦਿੱਤੀ ਲੋਕਾਂ ਨੂੰ। ਕਿਉਂਕਿ ਹਲਦੀ ਦੀ ਖੇਤੀ 'ਚ ਮੇਨ ਦਿੱਕਤ ਇਹੀ ਹੈ ਕਿ ਲੋਕ ਬੀਜ ਤਾਂ ਲੈਂਦੇ ਆ, ਉਹਨੂੰ ਵੇਚੇ ਕਿੱਥੇ, ਮੰਡੀ 'ਚ ਵਿਕਦੀ ਨਹੀਂ। ਅਸੀਂ ਮਾਰਕੀਟ ਬਣਾਈਏ, ਸਾਡੇ ਕੋਲ ਡਿਮਾਂਡ ਹੋਵੇ ਤਾਂ ਕਿ ਵੱਧ ਤੋਂ ਵੱਧ ਫਾਰਮਰ ਤੋਂ ਅਸੀਂ ਹਲਦੀ ਖਰੀਦ ਸਕੀਏ, ਤਾਂ ਕਿ ਉਹਨੂੰ ਕੋਈ ਦੂਸਰੀ ਆਪਸ਼ਨ ਮਿਲੇ। ਸੋ ਇਸ ਤਰੀਕੇ ਨਾਲ ਅਸੀਂ ਕੰਮ ਕਰਦੇ ਆ ਜੀ। ਅੱਛਾ, ਤੁਹਾਡਾ ਦੋਨਾਂ ਦਾ ਬਹੁਤ ਬਹੁਤ ਸ਼ੁਕਰੀਆ ਬਾਈ, ਇਸੇ ਤਰ੍ਹਾਂ ਲੱਗੇ ਰਹੋ। ਅਤੇ ਮੈਂ ਇਹ ਸਟੋਰੀ ਦੇ ਜ਼ਰੀਏ ਨਾ ਇਹਦੀ ਖਾਸ ਗੱਲ ਕੀ ਆ ਕਿ ਯਕੀਨ ਆ ਪਹਿਲੀ ਗੱਲ ਤਾਂ ਹੈ ਨਾ ਕਿ ਅਸੀਂ ਕਰ ਲਾਂਗੇ, ਅਤੇ ਫਿਰ ਕਿਸੇ ਵੀ ਹੱਦ ਤੱਕ ਆਪਦੇ ਕੰਮ ਨੂੰ ਇੰਨਾ ਪਿਆਰ ਹੈ ਵੀ ਕੋਈ ਵੀ ਕੰਮ ਹੋਵੇ, ਨਿੱਕੇ ਤੋਂ ਨਿੱਕਾ ਵੱਡੇ ਤੋਂ ਵੱਡਾ, ਉਹ ਖੁਦ ਕਰਨ ਦੀ ਜਿਹੜੀ ਹਿੰਮਤ ਆ ਉਹ ਇਹਨਾਂ ਦੋਨਾਂ ਬੰਦਿਆਂ 'ਚ ਉਹ ਦ੍ਰਿੜਤਾ ਹੈਗੀ ਆ, ਜਿਹਦੇ ਕਰਕੇ ਬੰਦੇ ਕਾਮਯਾਬੀ ਦੇ ਵੱਲ ਵੱਧ ਰਹੇ ਆ, ਕਾਮਯਾਬ ਹੋ ਜਾਣਗੇ। ਉਮੀਦ ਆਸ ਇਹੀ ਹੈ। ਤੁਸੀਂ ਜੁੜੇ ਰਹੋ
ਅੱਖਰ ਦੇ ਨਾਲ ਜੀ ਬਹੁਤ ਸਾਰਾ ਖਾਸ ਹੋਰ ਤੁਹਾਡੇ ਲਈ ਹਾਜ਼ਰ ਹੁੰਦਾ ਰਹੂਗਾ।